ਬੇਅੰਤ ਤੇ ਲਾਡੀ ਦੇ ਮਾਮਲੇ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਹੁਣ ਕੈਨੇਡਾ ਦੀ ਸਰਕਾਰ ਦੇ ਵੱਲੋਂ ਸਖਤੀ ਕਰ ਦਿੱਤੀ ਜਾਊਗੀ। 15,000 ਵੀਜ਼ਾਜ਼ ਇੱਕੋ ਦਿਨ ਕੈਂਸਲ ਕਰਤੇ, ਜਿਹੜੇ ਰਿਜੈਕਟ ਕਰਤੇ। ਪੰਜਾਬ ਜ਼ਿਆਦਾਤਰ ਉਹਦੇ ਚੋਂ ਪੰਜਾਬੀ ਸੀਗੇ, ਔਰ ਜਿਹੜੇ ਹੁਣ ਸਪਾਊਸ ਵੀਜ਼ਾ ਸੀਗੇ, ਜਿਹੜੇ ਜੈਨੂਇਨ ਕੇਸਿਸ ਵੀ ਹੈ, ਉਹਨਾਂ ਨੂੰ ਬੜੀ ਪ੍ਰੋਬਲਮ ਆਊਗੀ। ਜਿਹੜਾ ਹੁਣ ਰੀਸੈਂਟ ਮੈਟਰ ਹੋਇਆ ਹੈ, you will see कि स्पाउसल ओपन वर्क परमिट ਦੇ ਉੱਤੇ ਬਹੁਤ ਜ਼ਿਆਦਾ ਤਿੱਖੀ ਅੱਖ ਰੱਖੀ ਜਾਊਗੀ। ਉਹਦਾ ਇੱਕ ਇੱਕ ਚੀਜ਼ ਚੰਗੀ ਤਰ੍ਹਾਂ ਘੋਖੀ ਜਾਊਗੀ। ਇਹ ਫਿਗਰ ਆਊਟ ਕਿਵੇਂ, ਮੈਂ ਟੋਕ ਰਿਹਾ ਤੁਹਾਨੂੰ, ਇਹ ਗਵਰਨਮੈਂਟ ਫਿਗਰ ਆਊਟ ਕਿਵੇਂ ਕਰਦੀ ਹੈ ਜੀ? ਸੋ ਜਿਹੜਾ ਸਪਾਊਸਲ ਓਪਨ ਵਰਕ ਪਰਮਿਟ ਹੋਵੇ ਜਾਂ ਸਪਾਊਸਲ ਪੀਆਰ ਹੋਵੇ, ਦੋਨਾਂ ਚੀਜ਼ਾਂ ਨੂੰ ਆਪਾਂ ਇਕੱਠਾ ਜੋੜ ਸਕਦੇ ਹਾਂ। ਉਸ ਦੇ ਵਿੱਚ ਖਾਸ ਕਰਕੇ ਇਹ ਗੱਲ ਕਹੀ ਜਾਂਦੀ ਹੈਗੀ ਕਿ ਪ੍ਰੂਵ ਯੋਰ ਰਿਲੇਸ਼ਨਸ਼ਿਪ। ਇਹਦੇ ਚ ਸੰਦੀਪ ਜੀ ਇੰਟੀਮੇਸੀ ਵੀ ਦੇਖੀ ਜਾਂਦੀ ਹੈ? ਬਿਲਕੁਲ ਦੇਖੀ ਜਾਂਦੀ ਹੈ। ਜਿਹੜੇ ਡਿਪਲੋਮੈਟਸ ਨੇ ਉਹਨਾਂ ਦੇ ਟਵਿੱਟਰ ਹੈਂਡਲਰ ਤੇ ਜਾਓ, ਉੱਥੇ ਬਹੁਤ ਕਲੀਅਰਲੀ ਪਰ ਮੈਂ ਨੋਟਿਸ ਕੀਤਾ ਕਿ ਪਿਛਲੇ 1 ਮਹੀਨੇ ਦੇ ਵਿੱਚ 2 ਵਾਰੀ ਟਵੀਟ ਕੀਤਾ ਉਹਨਾਂ ਨੇ ਕਿ ਸਿਰਫ ਤੇ ਸਿਰਫ ਕੈਨੇਡੀਅਨ ਲਾਇਰਸ ਜਾਂ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਕੰਮ ਕਰੋ, ਗੋਸਟ ਕੰਸਲਟੈਂਟਸ ਨਾਲ ਕੰਮ ਨਾ ਕਰੋ। If you are using an unauthorized representative, your file can be refused or sent back. ਤੁਹਾਨੂੰ ਲੱਗਦਾ ਜੈਨੂਇਨ ਕੇਸਿਸ ਸਫਰ ਕਰਨਗੇ ਇਹਦੇ 'ਚ? ਆਟੇ ਨਾਲ ਜਿਵੇਂ ਕਹਿ ਦਿੰਦੇ ਆ ਘੁੰਨ ਪਿਸਦਾ ਹੈ ਕਈ ਵਾਰੀ, ਤਾਂ ਕਈ ਵਾਰੀ ਬਹੁਤ ਸਾਰੇ ਐਸੇ ਕੇਸਿਸ ਹੋਣਗੇ ਜਿਹੜੇ ਜੈਨੂਇਨ ਨੇ ਲੇਕਿਨ ਉਹ ਰਿਜੈਕਟ ਹੋ ਜਾਣ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਬੇਅੰਤ ਤੇ ਲਾਡੀ ਦੇ ਮਾਮਲੇ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਹੁਣ ਕੈਨੇਡਾ ਦੀ ਸਰਕਾਰ ਦੇ ਵੱਲੋਂ ਸਖਤੀ ਕਰ ਦਿੱਤੀ ਜਾਊਗੀ। ਜਸਟਿਨ ਟਰੂਡੋ ਹੋਣਾ ਨੇ ਮਨੀਸ਼ਾ ਗੁਲਾਟੀ ਦੇ ਸਵਾਲ ਦਾ ਜਵਾਬ ਦਿੱਤਾ ਸੀ, ਔਰ ਉਸ ਤੋਂ ਬਾਅਦ ਲਗਾਤਾਰ ਇਹ ਚਰਚਾ ਹੈ ਕਿ ਜੋ ਅਸਲ 'ਚ ਰੀਅਲ ਕੇਸਿਸ ਨੇ, ਜੋ ਅਸਲੀ ਲੋਕ ਨੇ, ਸ਼ਾਇਦ ਉਹ ਵੀ ਹੁਣ ਕੈਨੇਡਾ ਜਾਣ ਦੇ ਵਿੱਚ ਉਹਨਾਂ ਨੂੰ ਦਿੱਕਤ ਆਊਗੀ। ਇਸ ਦੇ ਬਾਰੇ ਗੱਲਬਾਤ ਕਰਾਂਗੇ। ਬਹੁਤ ਲਾਜ਼ਮੀ ਹੈ ਕਿ ਸਹੀ ਰਾਏ ਜਿਹੜੀ ਹੈ ਉਹ ਇਸ ਦੇ ਉੱਤੇ ਲਈ ਜਾਵੇ, ਉਹਨਾਂ ਲੋਕਾਂ ਤੋਂ ਲਈ ਜਾਵੇ ਜੋ ਐਕਚੁਅਲ ਐਕਸਪਰਟਸ ਨੇ। ਸਾਡੇ ਨਾਲ ਸੰਦੀਪ ਸਿੰਘ ਜੀ ਕੈਨੇਡਾ ਤੋਂ ਇਸ ਮਾਮਲੇ ਦੇ ਉੱਤੇ ਜੁੜੇ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਔਨ ਏਅਰ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਮੱਕੜ ਸਾਹਿਬ, ਥੈਂਕ ਯੂ ਤੁਹਾਡਾ ਬਹੁਤ ਬਹੁਤ ਕਿ ਤੁਸੀਂ ਸਰੋਤਿਆਂ ਦੇ ਰੂਬਰੂ ਕੀਤਾ ਤੇ ਬਹੁਤ ਇੰਪੋਰਟੈਂਟ ਟੌਪਿਕ ਤੋਂ ਸ਼ੁਰੂਆਤ ਕੀਤੀ ਹੈ। ਸੰਦੀਪ ਜੀ, ਇੱਥੇ ਚਰਚਾ ਬਹੁਤ ਹੋ ਰਹੀ ਹੈ, ਸੋਸ਼ਲ ਤੇ ਵੀ ਮੈਂ ਪੜ੍ਹ ਰਿਹਾ ਸੀਗਾ, ਬਹੁਤ ਜ਼ਿਆਦਾ ਲੋਕਾਂ ਨੇ ਲਿਖਿਆ ਸੀ ਕਿ ਜਿਵੇਂ 15,000 ਵੀਜ਼ਾਜ਼ ਇੱਕੋ ਦਿਨ ਕੈਂਸਲ ਕਰਤੇ, ਜਿਹੜੇ ਰਿਜੈਕਟ ਕਰਤੇ। ਪੰਜਾਬ ਜ਼ਿਆਦਾਤਰ ਉਹਦੇ ਚੋਂ ਪੰਜਾਬੀ ਸੀਗੇ, ਔਰ ਜਿਹੜੇ ਹੁਣ ਸਪਾਊਸ ਵੀਜ਼ਾ ਸੀਗੇ, ਜਿਹੜੇ ਜੈਨੂਇਨ ਕੇਸਿਸ ਵੀ ਹੈ, ਉਹਨਾਂ ਨੂੰ ਬੜੀ ਪ੍ਰੋਬਲਮ ਆਊਗੀ। ਜਿਹੜਾ ਹੁਣ ਰੀਸੈਂਟ ਮੈਟਰ ਹੋਇਆ ਹੈ, ਟਰੁੱਥ ਕੀ ਹੈ ਜੀ ਉੱਥੇ, ਕੀ ਚਰਚਾ, ਔਰ ਸਰਕਾਰ ਦੀ ਜਿਹੜੀ ਨਜ਼ਰ ਹੈ ਉਹ ਕਾਨੂੰਨਨ ਕੀ ਹੈ ਜੀ? ਸੋ ਇਸ 'ਚ ਇੱਕ ਗੱਲ ਤਾਂ ਸਮਝਣੀ ਪਵੇਗੀ ਕਿ ਜਿਹੜਾ ਵੀ ਇਹ ਮਸਲਾ ਆਇਆ ਹੈ, ਅੱਜ ਤੋਂ ਕੁਝ ਸਾਲ ਪਹਿਲਾਂ ਪਿੱਛੇ ਜਾਈਏ ਤਾਂ ਇਹੋ ਜਿਹੇ ਸੇਮ ਸਿਨੈਰੀਓ ਸਾਨੂੰ ਸੁਣਨ ਨੂੰ ਮਿਲਦੇ ਸੀਗੇ ਕਿ ਕੋਈ ਕੈਨੇਡੀਅਨ ਮੁੰਡਾ ਜਿਹੜਾ ਪੀਆਰ ਜਾਂ ਸਿਟੀਜ਼ਨ ਹੁੰਦਾ ਸੀ, ਜਾਂ ਮੁੰਡਾ ਜਾਂ ਕੁੜੀ ਉਹ ਪੰਜਾਬ ਜਾਂਦੇ ਸੀ, ਵਿਆਹ ਕਰਦੇ ਸੀ, ਤੇ ਉਸ ਤੋਂ ਬਾਅਦ ਚੋਂ ਉਹਨਾਂ ਨਾਲ ਧੋਖਾਧੜੀ ਹੋ ਜਾਂਦੀ ਸੀ ਤੇ ਉਹਨਾਂ ਨੂੰ ਸਪਾਊਸ ਨੂੰ ਆਪਣੇ ਨੂੰ ਕੈਨੇਡਾ ਨਹੀਂ ਸੀ ਸਾਦੇ। ਲਿਬਰਲ ਸਰਕਾਰ ਆਈ ਜਿਹਦੇ ਨਾਲ ਸਪਾਊਸਲ ਓਪਨ ਵਰਕ ਪਰਮਿਟ ਦਾ ਇੱਕ ਨਵਾਂ ਟ੍ਰੈਂਡ ਸਟਾਰਟ ਹੋਇਆ। ਉਸ ਟ੍ਰੈਂਡ ਦੇ ਵਿੱਚ ਇਹ ਗੱਲ ਆਈ ਕਿ ਜਿਹੜਾ ਵਿਦਿਆਰਥੀ ਆ, ਅਗਰ ਉਹ ਕੈਨੇਡਾ ਆ ਰਿਹਾ ਆ ਤੇ ਅਗਰ ਉਹ ਮੈਰਿਡ ਆ, ਉਹ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਸੱਦ ਸਕਦਾ ਹੈ, ਜਾਂ ਅਗਰ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਆ ਤਾਂ ਉਹ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਸੱਦ ਸਕਦੇ ਨੇ। ਇਸ ਇੱਕ ਪਹਿਲ ਕਦਮੀ ਕੀਤੀ ਗਈ ਸਰਕਾਰ ਵੱਲੋਂ ਕਿ ਰਿਲੇਸ਼ਨਸ ਨੂੰ ਜਾਂ ਫੈਮਲੀਜ਼ ਨੂੰ ਰੀਯੂਨਾਈਟ ਕੀਤਾ ਜਾ ਸਕੇ। ਅਨਫੋਰਚੂਨੇਟਲੀ ਇਹਦਾ ਬਹੁਤ ਜ਼ਿਆਦਾ ਗਲਤ ਫਾਇਦਾ ਵੀ ਲੋਕਾਂ ਨੇ, ਕੁਝ ਕੁ ਲੋਕਾਂ ਨੇ ਚੱਕਿਆ, ਜਿਸ ਵਿੱਚ ਮੈਰਿਜ ਆਫ ਕਨਵੀਨੀਅੰਸ ਜਿਹਨੂੰ ਖਾਸ ਕਰਕੇ ਕਿਹਾ ਜਾ ਸਕਦਾ, ਉਹ ਹੋਣੀਆਂ ਸ਼ੁਰੂ ਹੋਈਆਂ। ਜਾਂ ਕੁਝ ਕੇਸਿਸ ਦੇ ਵਿੱਚ ਕੁਝ ਵਿਦਿਆਰਥੀ ਜਿਹੜੇ ਫਾਈਨੈਂਸ਼ੀਅਲੀ ਸਟੇਬਲ ਨਹੀਂ ਸਨ, ਉਹਨਾਂ ਨੇ ਵੀ ਇਸ ਚੀਜ਼ ਦਾ, ਇਹਨੂੰ ਐਜ਼ ਅ ਬਿਜ਼ਨਸ ਸੋਰਸ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਉਹ ਜਦੋਂ ਆਪ ਕੈਨੇਡਾ ਪਹੁੰਚ ਜਾਂਦੇ ਤਾਂ ਉਸ ਤੋਂ ਬਾਅਦ ਚੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਿਹੜੇ ਇੰਪੋਰਟੈਂਟ ਕਾਗਜ਼ ਹੁੰਦੇ ਉਹ ਨਾ ਦੇਣੇ ਤੇ ਉਹ ਕੈਨੇਡਾ ਨਾ ਪਹੁੰਚ ਸਕਦੇ। ਜਿਹੋ ਜਿਹਾ ਇੰਸੀਡੈਂਟ ਅਸੀਂ ਪਿਛਲੀ ਕਹਾਣੀ ਦੇ ਵਿੱਚ ਸੁਣਨ ਨੂੰ ਮਿਲਿਆ ਜੀ। ਸੋ ਇਸ ਪੂਰੇ ਸਿਨੈਰੀਓ ਨੂੰ ਦੇਖਦੇ ਹੋਏ ਦੋ ਹੀ ਚੀਜ਼ਾਂ ਨੇ, ਵਨ ਇਜ਼ ਮੈਰਿਜ ਆਫ ਕਨਵੀਨੀਅੰਸ, ਸੈਕੰਡ ਇਜ਼ ਮਿਸਰਿਪਰੈਜ਼ੈਂਟੇਸ਼ਨ। ਮੈਰਿਜ ਆਫ ਕਨਵੀਨੀਅੰਸ ਦੇ ਉੱਤੇ ਸਿੱਧਾ ਹੀ ਸਾਰਿਆਂ ਨੂੰ ਹੀ ਕਲੈਰਿਟੀ ਹੈ, ਝੂਠਾ ਵਿਆਹ ਆ, ਇੱਕ ਕੰਟਰੈਕਟ ਮੈਰਿਜ। ਕੰਟਰੈਕਟ ਮੈਰਿਜ ਦੇ ਵਿੱਚ
ਸਿਰਫ ਤੇ ਸਿਰਫ ਜਿਹੜਾ ਕੈਨੇਡਾ ਐਂਟਰ ਕਰਨ ਦਾ ਇੱਕ ਰਸਤਾ। ਸੋ ਇਹ ਫਿਗਰ ਆਊਟ ਕਿਵੇਂ, ਮੈਂ ਟੋਕ ਰਿਹਾ ਤੁਹਾਨੂੰ, ਇਹ ਗਵਰਨਮੈਂਟ ਫਿਗਰ ਆਊਟ ਕਿਵੇਂ ਕਰਦੀ ਹੈ ਜੀ? ਸੋ ਜਿਹੜਾ ਸਪਾਊਜ਼ਲ ਓਪਨ ਵਰਕ ਪਰਮਿਟ ਹੋਵੇ ਜਾਂ ਸਪਾਊਜ਼ਲ ਪੀਆਰ ਹੋਵੇ, ਦੋਨਾਂ ਚ ਇਸ ਚੀਜ਼ ਨੂੰ ਆਪਾਂ ਇਕੱਠਾ ਜੋੜ ਸਕਦੇ ਹਾਂ। ਉਸ ਦੇ ਵਿੱਚ ਖਾਸ ਕਰਕੇ ਇਹ ਗੱਲ ਕਹੀ ਜਾਂਦੀ ਹੈਗੀ ਕਿ ਪ੍ਰੂਵ ਯੋਰ ਰਿਲੇਸ਼ਨਸ਼ਿਪ। ਪ੍ਰੂਵ ਕਰਨ ਲਈ ਕੀ ਅਕਸਰ ਹੁੰਦਾ ਹੈ, ਤੁਹਾਡੀਆਂ ਫੋਨ ਚੈਟਸ, ਤੁਹਾਡੀਆਂ ਗੱਲਾਂ ਬਾਤਾਂ, ਤੁਸੀਂ ਕਿਤੇ ਘੁੰਮਣ ਫਿਰਨ ਗਏ ਹੋ ਉੱਥੇ ਦੀਆਂ ਫੋਟੋਜ਼, ਤੁਹਾਡੇ ਜੁਆਇੰਟ ਬੈਂਕ ਅਕਾਊਂਟਸ, ਅਕਸਰ ਇਹੋ ਜਿਹੀਆਂ ਚੀਜ਼ਾਂ। ਸੋ ਜਿਹੜੀ ਆਮ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਨੂੰ ਆਮ ਤੌਰ ਤੇ ਪ੍ਰੂਵ ਕਰ ਸਕਣ ਉਹ ਚੀਜ਼ਾਂ। ਦ ਪੁਆਇੰਟ ਇਹਦੇ ਚ ਸੰਦੀਪ ਜੀ ਇੰਟੀਮੇਸੀ ਵੀ ਦੇਖੀ ਜਾਂਦੀ ਹੈ? ਬਿਲਕੁਲ ਦੇਖੀ ਜਾਂਦੀ ਹੈ, ਬਿਲਕੁਲ ਦੇਖੀ ਜਾਣੀ ਚਾਹੀਦੀ ਹੈ। ਹੋਰ ਪ੍ਰੂਵ ਕਰ ਲਈ ਗਏ ਇਫ ਇਟ ਕੈਨ ਬੀ ਪ੍ਰੂਵਨ, ਯੈਸ, ਉਹ ਬਹੁਤ ਵਧੀਆ ਐਵੀਡੈਂਸ ਨੇ। ਹੁਣ ਜਿਵੇਂ ਅਸੀਂ ਗੱਲ ਕਰ ਰਹੇ ਸੀ, ਜਿਵੇਂ ਤੁਸੀਂ ਸ਼ੁਰੂਆਤ ਹੀ ਕੀਤੀ ਕਿ ਇਸ ਪੂਰੇ ਕੇਸ ਤੋਂ ਬਾਅਦ ਚੋਂ ਸਤੰਬਰ ਸੈਸ਼ਨ, ਖਾਸ ਕਰਕੇ ਸਤੰਬਰ ਸੈਸ਼ਨ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਟੂਡੈਂਟ ਰਿਫਿਊਜ਼ਲਸ ਹੀ ਆਈਆਂ। ਆਲਦੋ ਕਿ ਮੈਨੂੰ ਇਮੀਗ੍ਰੇਸ਼ਨ ਫੀਲਡ ਵਿੱਚ ਇੰਨੇ ਸਾਲ ਹੋ ਚੁੱਕੇ ਨੇ, ਪੈਂਡੇਮਿਕ ਤੋਂ ਬਾਅਦ ਚੋਂ ਆਮ ਤੌਰ ਤੇ ਐਕਸਪੈਕਟੇਸ਼ਨ ਸੀ ਕਿ ਸਤੰਬਰ ਸੈਸ਼ਨ ਦੇ ਵਿੱਚ ਜਹਾਜ਼ਾਂ ਦੇ ਜਹਾਜ਼ ਭਰ ਕੇ ਕੈਨੇਡਾ ਜਾਣਗੇ, ਕਿਉਂਕਿ ਇਕਨੋਮਿਕਲ ਲਾਸ ਹੋਇਆ ਆ। $2,000 ਦਾ ਟਰੂਡੋ ਸਰਕਾਰ ਨੇ ਹਰੇਕ ਨੂੰ ਸਪੋਰਟ ਕੀਤੀ। ਉਹ ਸਾਰਾ ਕੁਝ ਕਰਦੇ ਹੋਏ ਜਿਹੜਾ ਇਕਨੋਮਿਕਲ ਬੈਨੀਫਿਟ ਸੀਗਾ ਉਹ ਤਾਂ ਹੀ ਆਉਂਦਾ ਆ ਅਗਰ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਚ ਆਉਂਦਾ ਆ। ਕੈਨੇਡਾ ਦੀ ਵੱਡੀ ਇਕਨੋਮੀ ਜਿਹੜੀ ਆ ਉਹ ਸਟੱਡੀ ਪਰਮਿਟਸ ਦੇ ਉੱਤੇ ਡਿਪੈਂਡ ਕਰਦੀ ਹੈਗੀ ਆ। ਬਟ ਇਹ ਰਿਫਿਊਜ਼ਲਸ ਦਾ ਕਈ ਕਾਰਨ ਨੇ। ਵਨ ਆਫ ਦ ਰੀਜ਼ਨ ਇਜ਼ ਕਿ ਇਹ ਜਿਹੜਾ ਪਿਛਲਾ ਸਿਨੈਰੀਓ ਬਣਿਆ। ਸੈਕੰਡ ਰੀਜ਼ਨ ਇਜ਼ ਕਿ ਜਿਹੜੀ ਫਾਈਲਸ ਦਾ ਵੱਡੇ ਪੱਧਰ ਦੇ ਉੱਤੇ ਸਬਮਿਸ਼ਨ ਹੋਣੀ। ਤੁਸੀਂ ਇਹ ਦੇਖੋ ਕਿ ਪਿਛਲੇ ਸਾਲ ਡੇਢ ਸਾਲ ਦੀਆਂ ਫਾਈਲਸ ਇੱਕੋ ਵਾਰੀ ਦੇ ਉੱਤੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਫਟਾਫਟ ਰਿਜ਼ਲਟਸ ਦਵੋ। ਹੋਰ ਇੱਥੇ ਇਹ ਗੱਲ ਕਹਿੰਦਾ ਕਿ ਸਟੱਡੀ ਪਰਮਿਟਸ ਰਿਫਿਊਜ਼ਲ ਆ ਜਾਣ ਨਾਲ ਲਾਈਕ ਦਿਲ ਛੋਟਾ ਕਰਨ ਵਾਲੀ ਗੱਲ ਨਹੀਂ ਹੁੰਦੀ ਹੈਗੀ। ਦੋਜ਼ ਡਿਸੀਜਨਸ ਕੈਨ ਬੀ ਕਨਵਰਟਡ। ਕੰਡੀਸ਼ਨ ਹੈ ਕਿ ਮਿਸਰੈਪ੍ਰੈਜ਼ੈਂਟੇਸ਼ਨ ਨਾ ਹੋਵੇ, 5 ਸਾਲ ਦਾ ਬੈਨ ਨਾ ਲੱਗੇ। ਬਾਕੀ ਅਗਰ ਚੰਗੇ ਕੇਸਿਸ, ਜਿਹੜੇ ਚੰਗੇ ਕੇਸਿਸ ਉਹ ਵੀ ਰਿਫਿਊਜ਼ ਹੋਏ ਜੀ, ਜਿਨ੍ਹਾਂ ਦੇ ਬੈਂਡਸ ਅੱਛੇ ਸੀ, ਜਿਨ੍ਹਾਂ ਦਾ ਸਕੋਰ ਅੱਛਾ ਸੀਗਾ। ਬਿਲਕੁਲ ਹਾਂਜੀ, ਹੋਏ ਆ ਰਿਫਿਊਜ਼ਡ। ਐਂਡ ਮੇਰੇ ਕੋਲੇ ਕਾਫੀ ਜ਼ਿਆਦਾ ਪੰਜਾਬ ਤੋਂ ਉਹ ਰਿਫਿਊਜ਼ਲ ਕੇਸਿਸ ਪਹੁੰਚੇ ਵੀ ਨੇ। ਵੀ ਆਰ ਵਰਕਿੰਗ ਔਨ ਦੋਜ਼ ਫਾਈਲਸ। That's okay। ਹਾਂ, ਮਾੜੀ ਗੱਲ ਹੋਈ ਕਿ ਰਿਫਿਊਜ਼ ਹੋਈ ਹੈ, ਬਟ ਦੋਜ਼ ਫਾਈਲਸ ਕੈਨ ਸਟਿਲ ਬੀ ਵਰਕਡ ਔਨ। ਉਹਨਾਂ ਦੇ ਉੱਤੇ ਫਿਰ ਵੀ ਅਜੇ ਕੰਮ ਹੋ ਸਕਦਾ ਆ। ਪਰ ਅਜੇ ਦਾ ਅਗਲਾ ਸਟੈਪ ਆ, ਯੂ ਵਿਲ ਸੀ ਕਿ ਸਪਾਊਜ਼ਲ ਓਪਨ ਵਰਕ ਪਰਮਿਟ ਦੇ ਉੱਤੇ ਬਹੁਤ ਜ਼ਿਆਦਾ ਤਿੱਖੀ ਅੱਖ ਰੱਖੀ ਜਾਊਗੀ। ਉਹਦਾ ਇੱਕ ਇੱਕ ਚੀਜ਼ ਚੰਗੀ ਤਰ੍ਹਾਂ ਘੋਖੀ ਜਾਊਗੀ, ਸੋ ਡੈਟ ਕਿ ਜਿਹੜੇ ਜੈਨੂਇਨ ਮੈਰਿਜਸ ਨੇ ਉਹੀ ਸਿਰਫ ਕੈਨੇਡਾ ਦੇ ਵਿੱਚ ਪਹੁੰਚ ਸਕਣ। ਇਸ ਦੇ ਲਈ ਤੁਹਾਨੂੰ ਆਪਣੀ ਮੈਰਿਜ, ਸੋ ਇਟਸ ਦ ਰਿਸਪੌਂਸਿਬਿਲਿਟੀ ਆਫ ਇੰਡੀਵਿਜੂਅਲ ਟੂ ਪ੍ਰੂਵ ਕਿ ਮੈਰਿਜ ਇਜ਼ ਜੈਨੂਇਨ। ਆਫਿਸਰ ਦੀ ਰਿਸਪੌਂਸਿਬਿਲਿਟੀ ਨਹੀਂ ਹੈਗੀ। ਅਗਰ ਤੁਹਾਨੂੰ ਲੱਗਦਾ ਜੈਨੂਇਨ ਕੇਸਿਸ ਸਫਰ ਕਰਨਗੇ ਇਹਦੇ ਚ? ਆਟੇ ਨਾਲ ਜਿਵੇਂ ਕਹਿ ਦਿੰਦੇ ਆ ਘੁੰਨ ਪਿਸਦਾ ਹੈ ਕਈ ਵਾਰੀ, ਤਾਂ ਕਈ ਵਾਰੀ ਬਹੁਤ ਸਾਰੇ ਐਸੇ ਕੇਸਿਸ ਹੋਣਗੇ ਜਿਹੜੇ ਜੈਨੂਇਨ ਨੇ ਲੇਕਿਨ ਉਹ ਰਿਜੈਕਟ ਹੋ ਜਾਣ ਟੂ ਸਮ ਐਕਸਟੈਂਟ। ਪਰ ਜਿਹੜੀ ਜੈਨੂਇਨ ਚੀਜ਼ ਹੋਊਗੀ ਨਾ ਮੱਕੜ ਸਾਹਿਬ, ਉਹਨੂੰ ਐਂਡ ਦੇ ਵਿੱਚ ਸੱਚ ਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ ਹੁੰਦਾ। ਜਿਹੜੀ ਚੀਜ਼ ਸੱਚੀ ਆ ਉਹਨੂੰ ਤੁਸੀਂ ਐਂਡ ਦੇ ਵਿੱਚ ਪ੍ਰੂਵ ਕਰ ਹੀ ਸਕਦੇ ਹੋ ਕਿ ਸੱਚੀ ਆ। ਪ੍ਰੋਬਲਮ ਤਾਂ ਝੂਠ ਨੂੰ ਸੱਚ ਸਾਬਤ ਕਰਨ ਚ ਆਣੀ ਹੈਗੀ ਆ। ਹੋਰ ਉਹ ਵੱਡੀ ਪ੍ਰੋਬਲਮ ਹਾਂ ਇਸ ਚ ਇੰਨਾ ਆ ਕਿ ਕਿੱਥੇ ਤੁਹਾਡਾ ਪ੍ਰੋਸੈਸ ਈਜ਼ੀਲੀ ਨਿਕਲ ਜਾਣਾ ਸੀ, ਕਿੱਥੇ ਹੁਣ ਥੋੜੀ ਮੁਸ਼ਕਿਲ ਆਏਗੀ ਤੇ ਤੁਹਾਡਾ ਸਪਾਊਜ਼ਲ ਕੇਸ। ਸੋ ਜਿਹੜੇ ਜੈਨੂਇਨ ਕੇਸਿਸ ਨੇ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਟਾਈਮ ਜ਼ਿਆਦਾ ਲੱਗ ਸਕਦਾ ਹੈ, ਉਹਨਾਂ ਨੂੰ ਐਵੀਡੈਂਸਿਸ ਜ਼ਿਆਦਾ ਦੇਣੇ ਪੈ ਸਕਦੇ ਆ, ਉਹਨਾਂ ਦਾ ਜ਼ੋਰ ਜ਼ਿਆਦਾ ਲੱਗ ਸਕਦਾ ਆ। ਪਰ ਉਹਨਾਂ ਨੂੰ ਲਾਈਕ ਟੂ ਇਹ ਕਹਿਣਾ ਕਿ ਜੈਨੂਇਨ ਦੇ ਨਾਲ ਵੀ ਧੱਕਾ ਹੋ ਜਾਊਗਾ, ਉਹ ਨਹੀਂ ਹੋਊਗਾ। ਹਾਂ, ਧੱਕਾ ਇੰਨਾ ਕਾ ਕਿ ਉਹਨਾਂ ਦਾ ਹਾਰਡਸ਼ਿਪ ਵੱਧ ਜਾਊਗਾ। ਕਿ ਸਰਕਾਰ ਨੂੰ ਫਰਕ ਪੈਂਦਾ ਇੱਕ ਕੇਸ ਦੇ ਨਾਲ, ਜਾਂ ਸੋਸ਼ਲ ਤੇ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਹੈ, ਇਸ ਗੱਲ ਦਾ ਫਰਕ ਕੈਨੇਡਾ ਦੀ ਸਰਕਾਰ ਨੂੰ ਪੈਂਦਾ? 100% ਪੈਂਦਾ। ਤੁਸੀਂ ਪਿਛਲੇ ਹੁਣ ਕੁਝ ਦਿਨਾਂ ਤੋਂ ਦੇਖੋ, CIC ਦੀ ਵੈਬਸਾਈਟ ਤੇ ਜਾਓ। CIC ਦੀ ਵੈਬਸਾਈਟ ਤੋਂ ਵੀ ਪਹਿਲਾਂ ਕੈਨੇਡੀਅਨ ਕਾਉਂਸਲੇਟ ਇੰਡੀਆ ਦੇ ਜਿਹੜੇ ਡਿਪਲੋਮੈਟਸ ਨੇ ਉਹਨਾਂ ਦੇ ਟਵਿੱਟਰ ਹੈਂਡਲਰ ਤੇ ਜਾਓ, ਉੱਥੇ ਬਹੁਤ ਕਲੀਅਰਲੀ ਹੁਣ ਮੈਂ ਨੋਟਿਸ ਕੀਤਾ ਕਿ ਪਿਛਲੇ 1 ਮਹੀਨੇ ਦੇ ਵਿੱਚ 2 ਵਾਰੀ ਟਵੀਟ ਕੀਤਾ ਉਹਨਾਂ ਨੇ ਕਿ ਸਿਰਫ ਤੇ ਸਿਰਫ ਕੈਨੇਡੀਅਨ ਲਾਇਰਸ ਜਾਂ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਕੰਮ ਕਰੋ, ਗੋਸਟ ਕੰਸਲਟੈਂਟਸ ਨਾਲ ਕੰਮ ਨਾ ਕਰੋ। ਉਹਦਾ ਰੀਜ਼ਨ ਆ, ਈਵਨ CIC ਦੀ ਵੈਬਸਾਈਟ ਤੇ ਜਾਓ ਤਾਂ ਉੱਥੇ ਵੀ ਉਹਨੂੰ ਹੁਣ ਜ਼ਿਆਦਾ ਹਾਈਲਾਈਟ ਕੀਤਾ ਜਾ ਰਿਹਾ ਕਿ ਹੂ ਇਜ਼ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ। ਤੇ ਉਸ ਇੱਕ ਚੀਜ਼ ਅਖੀਰਲੀ ਲਾਈਨ ਚ ਮੈਂਸ਼ਨ ਕੀਤੀ that if you are using an unauthorized representative your file can be refused or sent back, ਜਾਂ ਵਾਪਸ ਭੇਜੀ ਜਾ ਸਕਦੀ ਜਾਂ ਰਿਫਿਊਜ਼। ਇਹ ਸਾਰੀਆਂ ਚੀਜ਼ਾਂ ਦਾ ਭਾਵ ਕੀ ਆ? ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕੋ ਇੱਕ ਭਾਵ ਆ
ਕਿ ਦੇਖੋ ਕੈਨੇਡਾ ਦੀ ਸਰਕਾਰ ਨੂੰ ਮੇਰੇ ਨਾਲ ਕੋਈ ਖਾਸ ਹਮਦਰਦੀ ਨਹੀਂ ਕਿ ਮੈਂ ਲਾਇਸੈਂਸ ਇਮੀਗ੍ਰੇਸ਼ਨ ਕੰਸਲਟੈਂਟ ਆ ਜਾਂ ਕੋਈ ਗੋਸਟ ਕੰਸਲਟੈਂਟ ਜਿਹੜਾ ਪੰਜਾਬ ਬੈਠਾ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ। ਦ ਓਨਲੀ ਥਿੰਗ ਇਜ਼ ਕਿ ਜਿਹੜਾ ਕੰਜ਼ਿਊਮਰ ਆ ਉਹਨੂੰ ਕਿਵੇਂ ਪ੍ਰੋਟੈਕਟ ਕੀਤਾ ਜਾ ਸਕਦਾ। ਜਿਸ ਬੰਦੇ ਦਾ ਲਾਇਸੈਂਸ ਔਨ ਸਟੇਕ ਆ ਉਹਦੇ ਚਾਂਸਸ ਆਫ ਡੂਇੰਗ ਸਮਥਿੰਗ ਰੋਂਗ ਇਜ਼ ਵੈਰੀ ਲੋ। ਜਿਸ ਬੰਦੇ ਦਾ ਕੁਝ ਵੀ ਔਨ ਸਟੇਕ ਨਹੀਂ ਹੈਗਾ ਉਹ ਕੁਝ ਗਲਤੀਆਂ ਕਰ ਸਕਦਾ ਹੈਗਾ ਆ। ਸੋ ਇਹ ਇੱਕ ਕਾਰਨ ਆ ਕਿ ਕੈਨੇਡਾ ਦੀ ਸਰਕਾਰ ਅੱਜ ਦੀ ਡੇਟ ਦੇ ਉੱਤੇ ਇਹਨਾਂ ਇਸ਼ੂਜ਼ ਨੂੰ ਬਹੁਤ ਸਟ੍ਰਿਕਟਲੀ ਲੈ ਰਹੀ ਹੈ। ਇੰਨਾ ਹੀ ਨਹੀਂ, ਤੁਹਾਨੂੰ ਯਾਦ ਹੋਊਗਾ ਕਿ ਅੱਜ ਤੋਂ 2-4 ਮਹੀਨੇ ਪਹਿਲਾਂ ਵਿਨੀਪੈਗ ਦੇ ਵਿੱਚ ਅਨਫੋਰਚੂਨੇਟਲੀ ਪੰਜਾਬੀ ਭਾਈਚਾਰਾ ਤੋਂ, ਸਾਡੇ ਭਾਈਚਾਰੇ ਤੋਂ ਸੀਗੇ ਉਹ ਇਨਸਾਨ, ਉਹ ਗੋਸਟ ਕੰਸਲਟੈਂਟ ਸੀ। ਉਹ ਇੱਥੇ ਆ ਕੇ ਵੀ ਐਜ਼ ਅ ਗੋਸਟ ਐਂਡ ਹੀ ਵਾਸ ਅਰੈਸਟਡ ਐਂਡ ਸੈਂਟ ਬਿਹਾਈਂਡ ਬਾਰਸ। ਸੋ ਕੈਨੇਡਾ ਦੇ ਅੰਦਰ ਤਾਂ ਉਹਦੇ ਉੱਤੇ ਬਹੁਤ ਸਟ੍ਰਿਕਟਲੀ ਐਕਸ਼ਨ ਲਿੱਤਾ ਜਾ ਸਕਦਾ ਹੈ। ਕੈਨੇਡਾ ਦੇ ਬਾਹਰ ਇਹ ਕੈਨੇਡਾ ਦੀ ਇੱਕ ਮਜਬੂਰੀ ਹੈ ਜੀਓਗ੍ਰਾਫੀਕਲ ਏਰੀਆਜ਼ ਕਰਕੇ ਕਿ ਉਹ ਬਾਹਰ ਅਗਰ ਕੋਈ ਗੋਸਟ ਕੰਸਲਟੈਂਟ ਹੈ ਉਹ ਸਿਰਫ ਗਿਆਨ ਦੇ ਸਕਦੇ ਆ, ਦੇ ਕੈਨਟ ਟੇਕ ਐਨੀ ਐਕਸ਼ਨਸ ਅਗੇਂਸਟ ਦੈਮ। ਇੱਕ ਵੱਡਾ ਸਵਾਲ ਸੀ, ਮੈਂ ਕੱਲ ਕੁਝ ਸਟੂਡੈਂਟਸ ਦੇ ਨਾਲ ਗੱਲ ਕਰ ਰਿਹਾ ਸੀ, ਉਹਨਾਂ ਨੇ ਕਿਹਾ ਕਿ ਸਾਨੂੰ ਰਿਜੈਕਸ਼ਨ ਤੋਂ ਬਾਅਦ ਹੁਣ ਸਮਝ ਨਹੀਂ ਆ ਰਹੀ ਸੇਮ ਕਾਲਜਸ ਦੇ ਵਿੱਚ ਅਪਲਾਈ ਕਰੀਏ, ਕਿਉਂਕਿ ਜ਼ਿਆਦਾਤਰ ਨੂੰ ਜਿਹੜਾ ਜਵਾਬ ਆਇਆ ਉਹ ਇਹੀ ਆਇਆ ਕਿ ਤੁਹਾਡੀ ਜਿਹੜੀ ਪੜ੍ਹਾਈ ਹੈ ਉਹ ਤੁਹਾਡੇ ਪਿਛਲੀ ਪੜ੍ਹਾਈ ਨਾਲ ਮੈਚ ਨਹੀਂ ਕਰ ਰਹੀ। So ਮੱਕੜ ਸਾਹਿਬ, this is what makes the difference. This is the difference ਕਿ ਇੱਕ ਬੰਦੇ ਜਿਹਨੇ ਲਾਅ ਦੀ ਪੜ੍ਹਾਈ ਕੀਤੀ ਆ ਤੇ ਜਿਹਨੇ ਲਾਅ ਦੀ ਨਹੀਂ ਪੜ੍ਹਾਈ ਕੀਤੀ। ਫੈਡਰਲ ਕੋਰਟ ਦੇ ਡਿਸੀਜਨ ਨੇ, ਫੈਡਰਲ ਕੋਰਟ ਆਫ ਕੈਨੇਡਾ ਕਹਿੰਦਾ ਆ ਕਿ ਮੈਂ ਉਸ ਦੇ ਵਿੱਚ ਜਿਹੜਾ ਕੇਸ ਹੈਗਾ ਆ, ਬਹੁਤ ਫੇਮਸ ਕੇਸ ਆ ਕਿ ਇੱਕ ਬਜ਼ੁਰਗ ਇਨਸਾਨ ਕੈਨੇਡਾ ਦੇ ਵਿੱਚ ਆਇਆ, ਉਹ ਕਹਿੰਦਾ ਜੀ ਮੈਂ ਸੋ ਐਂਡ ਸੋ ਪੜ੍ਹਾਈ ਕਰਨੀ ਆ, ਉਹਦੀ ਜਿਹੜੀ ਪ੍ਰੀਵੀਅਸ ਐਜੂਕੇਸ਼ਨ ਉਹ ਕੁਝ ਹੋਰ ਆ, ਤੇ ਤੁਹਾਡੇ ਫੰਡਾਮੈਂਟਲ ਰਾਈਟਸ, ਕੈਨੇਡਾ ਦੇ ਫੰਡਾਮੈਂਟਲ ਰਾਈਟਸ ਇਹ ਗੱਲ ਕਹਿੰਦੇ ਨੇ ਕਿ ਕਿਸੇ ਵੀ ਵਿਦਿਆਰਥੀ ਦੀ ਕੋਈ ਵੀ ਪੜ੍ਹਾਈ ਦੀ ਉਮਰ ਨਹੀਂ, ਕੋਈ ਵੀ ਬੰਦਾ ਕਿਸੇ ਵੀ ਉਮਰ 'ਚ ਪੜ੍ਹਾਈ ਕਰ ਸਕਦਾ। ਦੂਸਰਾ, ਉਸੇ ਕੇਸ ਦੇ ਵਿੱਚ ਇੱਕ ਡਿਸੀਜਨ ਆ ਕਿ ਪੜ੍ਹਾਈ ਵੀ ਉਹ ਜਦੋਂ ਮਰਜ਼ੀ ਆਪਣੀ ਸਟਰੀਮ ਚੇਂਜ ਕਰ ਸਕਦਾ। ਸੋ ਦੈਟ ਇਜ਼ ਵਨ ਫੈਡਰਲ ਕੋਰਟ ਡਿਸੀਜਨ। ਮੇਰੇ ਹਿਸਾਬ ਨਾਲ ਜਦੋਂ ਵੀ ਕਿਸੇ ਬੰਦੇ ਦੀ ਰਿਫਿਊਜ਼ਲ ਆ ਜਾਂਦੀ ਆ, ਸਭ ਤੋਂ ਇੰਪੋਰਟੈਂਟ ਪਾਰਟ ਹੈਗਾ ਕਿ ਤੁਸੀਂ ਫੈਡਰਲ ਕੋਰਟ ਦੇ ਡਿਸੀਜਨਸ ਦਾ ਬੇਸ ਬਣਾ ਕੇ ਆਪਣੀ ਸਬਮਿਸ਼ਨ ਕਰੋ, ਨਾ ਕਿ ਇੱਕ ਸਿੰਪਲ ਜਿਹੀ ਚਿੱਠੀ ਲਿਖੋ ਕਿ ਹਾਂ ਬਈ ਮੇਰਾ ਤਾਂ ਐਵਲਾ ਜਿਹੜਾ ਪਿਛਲਾ ਕੋਰਸ ਉਹ ਰੈਲੇਵੈਂਟ ਆ ਤੇ ਤੁਸੀਂ ਮੇਰੇ ਨਾਲ ਇਦਾਂ ਕਰ ਰਹੇ ਹੋ। ਦੈਟਸ ਫਾਈਨ, ਉਹ ਸਬਮਿਸ਼ਨ ਲੈਟਰ ਜਾਣੀ ਚਾਹੀਦੀ, ਪਰ ਉਹਨਾਂ ਕੇਸ ਲਾਜ਼ ਨਾਲ ਜਾਣੇ ਬਹੁਤ ਮਾਇਨੇ ਰੱਖਦੇ ਆ ਤੇ ਉਹਨਾਂ ਦੇ ਕਰਕੇ ਰਿਜ਼ਲਟਸ ਵੀ ਚੇਂਜ ਹੁੰਦੇ ਨੇ। ਹੁਣ ਜਿੱਥੇ ਤੱਕ ਆਮ ਵਿਦਿਆਰਥੀ ਦੀ ਗੱਲ ਹੈਗੀ ਆ, ਉੱਥੇ ਜਦੋਂ ਵਿਦਿਆਰਥੀ ਨੇ ਮੰਨ ਲਓ ਕਿ ਕਿਸੇ ਨੇ 12ਵੀਂ ਨਾਨ ਮੈਡੀਕਲ ਪੜ੍ਹੀ ਆ, ਉਹਨੇ ਇੱਥੇ ਟੈਕਨੀਸ਼ੀਅਨ ਦਾ ਕੋਈ ਕੋਰਸ ਚੂਜ਼ ਕੀਤਾ ਆ, ਅਗਰ ਤਾਂ ਉਹ ਕੋਰਸ ਹੁਣ ਚੇਂਜ ਕਰੂਗਾ ਜਾਂ ਕਾਲਜ ਚੇਂਜ ਕਰੂਗਾ ਤੇ ਉਹਦੀ ਜਿਹੜੀ ਪਿਛਲੀ ਸਬਮਿਸ਼ਨ ਲੈਟਰ ਸੀ ਜਿਸ 'ਚ ਉਹਨੇ ਲਿਖਿਆ ਸੀ ਕਿ ਮੇਰਾ ਸੁਪਨਾ ਆ ਕਿ ਮੈਂ ਟੈਕਨੀਸ਼ੀਅਨ ਬਣਾ, ਤੇ ਨਾਲ ਹੀ ਉਹਨੇ ਲਿਖਿਆ ਸੀ ਕਿ ਮੈਂ ਸੋ ਐਂਡ ਸੋ ਕਾਲਜ ਇਸ ਲਈ ਚੂਜ਼ ਕੀਤਾ ਕਿਉਂਕਿ ਇਹ ਉਹ ਰਸਤਾ ਆ ਜਿਹੜੇ ਮੇਰੇ ਸੁਪਨੇ ਨੂੰ ਪੂਰਾ ਕਰਨ ਲਈ ਹੈਲਪਫੁਲ ਹੋਏਗਾ। ਇਹੀ ਹੁੰਦਾ ਖਾਸ ਕਰਕੇ SOPs ਦੇ ਵਿੱਚ ਇਹੀ ਲਿਖਿਆ ਹੁੰਦਾ ਹੈ। ਅਗਰ ਤੁਸੀਂ ਉਸ ਵਿੱਚ ਚੇਂਜ ਕਰਦੇ ਹੋ, ਕੁਝ ਵੀ ਚੇਂਜ ਕਰਦੇ ਹੋ, ਤਾਂ ਉਹਦਾ ਤੁਹਾਡਾ ਬੇਸ ਹੋਣਾ ਕਿ ਕਿਉਂ ਚੇਂਜ ਹੋ ਰਿਹਾ, ਇੰਨੇ ਕੁ ਦਿਨਾਂ ਦੇ ਵਿੱਚ, ਇੰਨੇ ਕੁ ਮਹੀਨਿਆਂ ਦੇ ਵਿੱਚ ਐਸਾ ਕੀ ਤਬਦੀਲੀ ਆ ਗਈ ਤੁਹਾਡੀ ਜ਼ਿੰਦਗੀ 'ਚ ਕਿ ਤੁਸੀਂ ਉਸ ਡਿਸੀਜਨ ਤੋਂ ਇਸ ਡਿਸੀਜਨ 'ਚ ਆ ਰਹੇ ਹੋ। ਸੋ ਉਹ ਇਟਸ ਆਲਵੇਜ਼ ਬੈਟਰ ਕਿ ਅਗਰ ਹੋ ਸਕੇ ਕਿ ਕੋਰਸ ਵੀ ਸੇਮ ਰੱਖੋ, ਕਾਲਜ ਵੀ ਸੇਮ ਰੱਖੋ। ਬਾਕੀ ਇਟ ਆਲਸੋ ਡਿਪੈਂਡਸ ਫਰਮ ਪ੍ਰੋਫਾਈਲ ਟੂ ਪ੍ਰੋਫਾਈਲ। ਪਰ ਅਗਰ ਤੁਸੀਂ ਜ਼ਿਆਦਾਤਰ ਇਹ ਹੋ ਰਿਹਾ ਸੰਦੀਪ ਜੀ, ਹੁੰਦਾ ਇਹ ਹੈ ਕਿ ਜਿਹੜੇ ਏਜੰਟ ਨੇ ਫਾਈਲ ਲਾਈ ਉਹ ਆਪਣੀ ਕਨਵੀਨੀਅੰਸ ਦੇ ਹਿਸਾਬ ਤੇ ਸਟੂਡੈਂਟਸ ਨੂੰ ਕਾਲਜਸ ਦੇ ਰਿਹਾ ਹੈ। ਸਟੂਡੈਂਟ ਜਦੋਂ ਨਵੀਂ ਜਗ੍ਹਾ ਤੇ ਜਾ ਕੇ ਫਾਈਲ ਲਗਵਾਉਂਦਾ ਉਹ ਆਪਣੇ ਅਕੋਰਡਿੰਗਲੀ ਕਾਲਜ ਦਿੰਦਾ, ਕਾਲਜ ਤਾਂ ਆਟੋਮੈਟਿਕਲੀ ਚੇਂਜ ਹੋ ਜਾਂਦੇ ਆ ਸਟੂਡੈਂਟ ਦੇ। ਤਾਂ ਮੈਂ ਚਾਹੁੰਦਾ ਕਿ ਥੋੜਾ ਗਾਈਡ ਕਰੋ ਸਟੂਡੈਂਟ ਇਹੋ ਜਿਹੇ ਹਾਲਾਤ 'ਚ ਕਰੇ ਕਿ ਜਿਹੜਾ ਏਜੰਟ ਦੇ ਥਰੂ ਫਸ ਗਿਆ, ਜਿਹੜਾ ਇੱਕ ਠੱਗ ਬੈਠਾ ਸੀ ਉਹਨੇ ਫਸਾ ਲਿਆ, ਹੁਣ ਉਹ ਸਟੂਡੈਂਟ ਕੀ ਕਰੂਗਾ? ਬਹੁਤ ਵਧੀਆ ਸਵਾਲ ਹੈ ਮੱਕੜ ਸਾਹਿਬ। ਇਹੀ ਖਾਸੀਅਤ ਹੈ ਬਰੈਂਪਟਨ ਇਮੀਗ੍ਰੇਸ਼ਨ ਦੀ। ਬਰੈਂਪਟਨ ਇਮੀਗ੍ਰੇਸ਼ਨ ਕੋਲੇ ਤੁਸੀਂ ਆਓ ਕਿ ਮੈਂ ਉਸ ਜੰਗਲ ਦੇ ਉਸ ਕਾਲਜ ਪੜ੍ਹਨਾ ਚਾਹੁੰਦਾ ਹਾਂ, ਵਿਲ ਸੇ ਦੈਟਸ ਫਾਈਨ। ਅਸੀਂ ਨਹੀਂ ਕਹਾਂਗੇ ਕਿ ਤੁਸੀਂ ਐਵਲਾ ਕਾਲਜ ਨਹੀਂ, ਐਵਲੇ ਕਾਲਜ 'ਚ ਜਾਓ। ਤਾਂ ਓਨਲੀ ਕੰਡੀਸ਼ਨ ਇਜ਼ ਕਿ ਜਿਹੜੀ ਤੁਹਾਡੀ ਪ੍ਰੋਫਾਈਲ ਆ ਉਸ ਕਾਲਜ ਨਾਲ ਮਿਲਦੀ ਹੋਣੀ ਚਾਹੀਦੀ। ਹੁਣ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਬੈਚਲਰ ਡਿਗਰੀ ਕੀਤੀ ਹੋਈ ਆ ਤੇ ਤੁਸੀਂ 12ਵੀਂ ਵਾਲਾ ਕੋਰਸ ਚੂਜ਼ ਕਰਦੇ ਪਏ ਹੋ। ਅਗਰ ਉਹ ਹੈਗਾ ਦੈਨ ਦੈਟਸ ਦ ਪ੍ਰੋਬਲਮ। ਬਟ ਅਗਰ ਤੁਹਾਡੀ ਪ੍ਰੋਫਾਈਲ ਦੇ ਨਾਲ ਜਿਹੜਾ ਕੋਰਸ ਤੁਸੀਂ ਚੂਜ਼ ਕਰ ਰਹੇ ਹੋ, ਜਿਹੜਾ ਕਾਲਜ ਤੁਸੀਂ ਚੂਜ਼ ਕਰ ਰਹੇ ਹੋ, ਤਾਂ ਅਗਰ ਉਹ ਤੁਸੀਂ ਕੀਤਾ ਹੋਇਆ ਆ, ਦੇयर इज नो ਪ੍ਰੋਬਲਮ। ਅਸੀਂ ਤੁਹਾਨੂੰ ਕਦੀ ਵੀ ਕਾਲਜ ਚੇਂਜ ਕਰਨ ਲਈ ਨਹੀਂ ਕਹਿੰਦੇ। ਦੈਟਸ ਵਨ ਥਿੰਗ। ਦ ਸੈਕੰਡ ਥਿੰਗ ਇਜ਼ ਕਿ ਇੱਕ ਗੱਲ ਹੋਰ ਸਮਝਣੀ ਪਏਗੀ ਮੱਕੜ ਸਾਹਿਬ, ਇਸ 'ਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਇੱਕ ਬਹੁਤ ਸੋਹਣੀ ਧਰਤੀ ਆ। ਕੈਨੇਡਾ ਇਜ਼ ਲੈਂਡ ਆਫ ਓਪਰਚੁਨਿਟੀਜ਼। ਕਾਮਾਕਾਟਾ ਮਾਰੂ ਤੋਂ ਲੈ ਕੇ ਅੱਜ ਇੱਥੇ ਜਗਮੀਤ ਸਿੰਘ ਆ। ਸੋ ਇਹ ਇੱਕ ਵੱਡਾ ਇਤਿਹਾਸਕ ਰਸਤਾ ਆ ਜਿਹੜਾ ਸਾਡੀਆਂ ਜਨਰੇਸ਼ਨਸ ਨੇ ਤੈਅ ਕੀਤਾ ਆ, ਤੇ ਅੱਜ ਜਿੱਥੇ ਜਗਮੀਤ ਜਾਂ ਅਨੇਕਾਂ ਹੋਰ ਬੰਦੇ ਪਹੁੰਚੇ ਨੇ ਉਹ ਇਸ ਲਈ ਹੈ ਕਿਉਂਕਿ ਸਾਡੀ ਕਮਿਊਨਿਟੀ ਨੇ ਮਿਹਨਤ ਬਹੁਤ ਕੀਤੀ ਆ।
ਮੇਰਾ ਜਨਮ ਕੈਨੇਡਾ ਦੇ ਵਿੱਚ ਹੋਇਆ, ਮੈਂ ਆਪਣੇ ਪੇਰੈਂਟਸ ਨੂੰ ਦੇਖਿਆ ਕਿਸ ਤਰੀਕੇ ਨਾਲ ਉਹਨਾਂ ਨੇ ਸਟਰਗਲਸ ਕੀਤੀਆਂ ਨੇ। ਹੋਰ ਇਹ ਹਰੇਕ ਇਮੀਗ੍ਰੈਂਟ ਦੀ ਕਹਾਣੀ ਹੈ, ਭਾਵੇਂ ਉਹ ਫਸਟ ਜਨਰੇਸ਼ਨ ਆ, ਭਾਵੇਂ ਉਹ ਚੌਥੀ ਜਨਰੇਸ਼ਨ ਆ। ਹੋਰ ਇਹ ਇੱਕ ਰੀਜ਼ਨ ਆ ਕਿ ਕੈਨੇਡਾ ਦੀ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਜਾਂ ਕੋਵਿਡ ਸਮੇਂ ਜਿਹੜੀ ਮਦਦ ਕੀਤੀ ਆ, ਉਹ ਹਿਊਮਨ ਰਾਈਟਸ ਵੈਲਿਊਜ਼ ਨੂੰ ਰਿਪਰੈਜ਼ੈਂਟ ਕਰਦੀ ਆ। ਤਾਂ ਹੀ ਉਹ ਜਿਹੜੇ ਵਿਦਿਆਰਥੀ ਆ, ਉਹਨਾਂ ਦੀ ਪਹਿਲੀ ਜਿਹੜੀ ਡਿਮਾਂਡ ਵੀ ਹੁੰਦੀ ਆ ਉਹ ਕੈਨੇਡਾ ਹੁੰਦੀ ਆ। ਪਰ ਜਿਹੜੀ ਮੈਂ ਅਗਲੀ ਗੱਲ ਕਹਿਣ ਲੱਗਿਆ ਉਹ ਥੋੜੀ ਪ੍ਰੈਕਟੀਕਲ ਗੱਲ ਆ ਕਿ ਇਹ ਜ਼ਰੂਰੀ ਨਹੀਂ ਆ ਕਿ ਇੱਕ ਵਿਦਿਆਰਥੀ ਆ, ਉਹਦਾ ਆਈਲੈਟਸ ਦਾ ਸਕੋਰ ਨਹੀਂ ਆ ਰਿਹਾ ਤੇ ਅਗਰ ਉਹ ਫੇਰ ਵੀ ਧੱਕੇ ਦੇ ਨਾਲ ਕੈਨੇਡਾ ਨੂੰ ਚੂਜ਼ ਕਰ ਰਿਹਾ ਹੈ ਤੇ ਉਹ ਅੱਜ ਦੀ ਡੇਟ ਹੋ ਸਕਦਾ ਕੈਨੇਡਾ ਲਈ ਨਾ ਕੁਆਲੀਫਾਈ ਕਰ ਰਿਹਾ ਹੋਵੇ। ਹੋ ਸਕਦਾ ਕਿ ਉਹਦੇ ਲਈ ਯੂਐਸ ਜ਼ਿਆਦਾ ਵਧੀਆ ਓਪਰਚੁਨਿਟੀ ਹੋਵੇ। ਅੱਜ ਦੀ ਡੇਟ ਤੁਸੀਂ ਦੇਖੋ, ਜਦੋਂ ਕੈਨੇਡਾ ਦੇ ਵਿੱਚ ਲਗਾਤਾਰ ਰਿਫਿਊਜ਼ਲਸ ਆਈਆਂ, ਯੂਐਸ ਦੀ ਨਵੀਂ ਸਰਕਾਰ ਨੇ ਸਟੱਡੀ ਪਰਮਿਟ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ, ਬਹੁਤ ਜ਼ਿਆਦਾ ਵੀਜ਼ਾਸ ਦੇ ਰਿਹਾ। ਦੂਜੇ ਪਾਸੇ ਆਸਟ੍ਰੇਲੀਆ ਆ ਜਾਂ ਨਿਊਜ਼ੀਲੈਂਡ ਆ ਜਾਂ ਯੂਕੇ ਆ। ਸੋ ਇਟ ਆਲ ਡਿਪੈਂਡਸ ਕਿ ਇੱਕ ਤਾਂ ਹੁੰਦਾ ਹੈ ਕਿ ਹਾਂ ਮੈਂ ਕੀ ਚਾਹੁੰਦਾ ਹੈ, ਉਹ ਬਹੁਤ ਜ਼ਰੂਰੀ ਆ ਪੂਰਾ ਕਰਨਾ, ਕਿ ਸਟੂਡੈਂਟ ਕੀ ਚਾਹੁੰਦਾ ਹੈ ਉਹ ਬਹੁਤ ਇੰਪੋਰਟੈਂਟ ਆ। ਪਰ ਇੱਕ ਸੈਲਫ ਐਨਾਲਿਸਿਸ ਵੀ ਹੁੰਦਾ ਆ ਕਿ ਹਾਂ ਮੈਨੂੰ ਇਹ ਪਤਾ ਹੈ ਕਿ ਮੈਂ ਕੈਨੇਡਾ ਲਈ ਟਫ ਆਪਸ਼ਨ ਆ ਮੇਰੇ ਲਈ, ਸ਼ਾਇਦ ਮੇਰੇ ਲਈ ਕੋਈ ਹੋਰ ਆਪਸ਼ਨ ਈਜ਼ੀ ਆਪਸ਼ਨ ਹੋਵੇ। ਅਗਰ ਆਪਾਂ ਉਹ ਆਪਸ਼ਨਸ ਉੱਤੇ ਵੀ ਵਰਕਆਊਟ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਰਸਤੇ ਵੀ ਸਾਡੇ ਲਾਹੇਮੰਦ ਹੋਣਗੇ, ਸਾਨੂੰ ਫਾਇਦਾ ਦੇ ਕੇ ਜਾਣਗੇ। ਸੰਦੀਪ ਜੀ ਥੋੜਾ ਗਾਈਡ ਕਰੋ, ਹੁਣ ਕੋਵਿਡ ਤੋਂ ਬਾਅਦ ਦੇ ਹਾਲਾਤ ਉੱਥੇ ਕੀ ਨੇ? ਪਹਿਲਾਂ ਕਿਹਾ ਗਿਆ ਸੀਗਾ ਕਿ ਸਰਕਾਰ ਜਿਹੜਾ ਉਹ ਕਲੀਅਰ ਕਰ ਦੂਗੀ, ਔਰ ਹੁਣ ਇਹ ਕਲੈਰਿਟੀ ਨਹੀਂ ਮਿਲ ਪਾ ਰਹੀ ਕਿ ਸਪਟੈਂਬਰ ਇਨਟੇਕ ਦਾ ਕੀ ਬਣੂਗਾ, ਫਿਰ ਅੱਗੇ ਜਾ ਕੇ ਕਿਹੜੀ ਇਨਟੇਕ ਖੁੱਲੂਗੀ, ਡਾਇਰੈਕਟ ਫਲਾਈਟਸ ਨਹੀਂ ਹੈਗੀਆਂ ਹਾਲੇ ਤੱਕ। ਥੋੜੀ ਕਲੈਰਿਟੀ ਦਿਓ ਕਿ ਸਟੂਡੈਂਟ ਦਰਅਸਲ ਕਰੇ ਕੀ। ਸੋ ਕੱਲ ਦਾ ਇੱਕ ਕਿ ਨਾਮ ਹੈ, ਲਾਈਕ ਤੁਸੀਂ ਵੀ ਦੇਖਿਆ ਹੋਣਾ ਆ ਕਿ ਕੈਨੇਡਾ ਦੀ ਸਰਕਾਰ ਨੇ ਆਲਰੇਡੀ ਅਨਾਉਂਸ ਕਰਤਾ, ਆਲਦੋ ਅਸੀਂ ਸਾਰੇ ਬਹੁਤ ਜ਼ਿਆਦਾ ਐਕਸਪੈਕਟ ਕਰ ਰਹੇ ਸੀ ਕਿ 6 ਅਗਸਤ ਤੱਕ ਇਹਨਾਂ ਨੇ ਸਾਰਾ ਬੈਕਲੌਗ ਕਲੀਅਰ ਕਰ ਦੇਣਾ, ਕਿਉਂਕਿ ਇਹਨਾਂ ਨੇ ਆਲਰੇਡੀ ਅੱਜ ਤੋਂ ਕੁਝ ਮਹੀਨੇ ਪਹਿਲਾਂ 6 ਅਗਸਤ ਦੀ ਡੈਡਲਾਈਨ ਦਿੱਤੀ ਸੀ। ਬਿਲਕੁਲ। ਕੱਲ ਦੀ ਜਿਹੜੀ ਅਪਡੇਟ ਹੈਗੀ ਆ ਉਸ ਤੋਂ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਉਹ ਬੈਕਲੌਗ ਇਹਨਾਂ ਤੋਂ ਖਤਮ ਨਹੀਂ ਹੋ ਰਿਹਾ। ਤਾਂ ਹੀ ਉਹ ਇਹਨਾਂ ਨੇ ਸ਼ਾਇਦ ਅਨਾਉਂਸ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦੇ ਰਿਜ਼ਲਟ ਸਤੰਬਰ ਤੱਕ ਨਹੀਂ ਆ ਰਹੇ ਨੇ ਉਹ ਆਪਣੀਆਂ ਕਲਾਸਿਸ ਆਨਲਾਈਨ ਲਗਾਉਣੀਆਂ ਸ਼ੁਰੂ ਕਰ ਸਕਦੇ ਨੇ। ਇੱਥੇ ਦੋ ਇਸ਼ੂਜ਼ ਨੇ। ਪਹਿਲਾ ਇਸ਼ੂ ਹੈਗਾ ਕਿ ਅਗਰ ਤਾਂ ਤੁਹਾਡਾ ਤੁਸੀਂ ਬਿਨਾਂ ਵੀਜ਼ੇ ਤੋਂ ਪੜ੍ਹਾਈ ਕਰਨੀ ਸ਼ੁਰੂ ਕਰ ਦਿੰਦੇ ਹੋ ਆਨਲਾਈਨ, ਖੁਦਾ ਨਾ ਖਾਸਤਾ ਕੱਲ ਨੂੰ ਤੁਹਾਡਾ ਕੇਸ ਰਿਫਿਊਜ਼ ਹੋ ਜਾਂਦਾ ਆ ਜੀ, ਵਾਟ ਹੈਪਨਸ ਵਿਦ ਦ ਫੀਸ ਨਾਲ ਕੀ ਹੋਊਗਾ। ਸੈਕੰਡ ਸਿਨੈਰੀਓ ਹੈ ਕਿ ਜਿਵੇਂ ਪਹਿਲਾ ਸਿਨੈਰੀਓ ਸੀਗਾ ਕਿ ਤੁਸੀਂ ਘੱਟੋ ਘੱਟ ਸਟੇਜ 1 ਸਟੇਜ 2 ਅਪਰੂਵਲਸ ਦੇ ਰਹੇ ਸੀਗੇ, ਪਾਸਪੋਰਟ ਨਹੀਂ ਸਟੈਂਪ ਹੋ ਰਹੇ ਸੀ। ਅਗਰ ਤਾਂ ਉਹ ਸਿਨੈਰੀਓ ਹੋ ਜਾਂਦਾ ਇਟਸ ਸੇਫ ਫॉर द ਕਿਡ, ਉਹ ਬੱਚੇ ਲਈ ਸੇਫ ਆ ਕਿ ਹਾਂ ਠੀਕ ਹੈ ਤੁਸੀਂ ਪੰਜਾਬ ਬੈਠ ਕੇ ਆਪਣੇ ਘਰੋਂ ਪੜ੍ਹਾਈ ਕਰੋ। ਉਸ ਸਿਨੈਰੀਓ ਦੇ ਵਿੱਚ no issues। ਪਰ ਪਹਿਲੇ ਸਿਨੈਰੀਓ ਦੇ ਵਿੱਚ ਇਟਸ ਅ ਰਿਸਕੀ ਸਟੈਪ ਟੂ ਟੇਕ। ਇਟ ਸੀਮਸ ਕਿ ਹਾਂ ਹੌਲੀ ਹੌਲੀ ਕੈਨੇਡਾ ਖੁੱਲਦਾ ਪਿਆ ਆ। ਮੈਂ ਐਕਸਪੈਕਟ ਕਰ ਰਿਹਾ ਸੀ ਕਿ ਸਤੰਬਰ ਫੁੱਲ ਫਲੈਜ ਕਾਲਜਿਸ ਲੱਗੂਗਾ, ਆਲਦੋ ਕਾਲਜਿਸ ਨੇ ਆਲਰੇਡੀ ਅਨਾਉਂਸ ਕਰਤਾ ਹੈ ਕਿ ਜਿਹੜੇ ਵਿਦਿਆਰਥੀ ਕੈਨੇਡਾ ਪਹੁੰਚ ਜਾਣਗੇ ਉਹਨਾਂ ਦੀਆਂ ਕਲਾਸਿਸ ਕਾਲਜ ਦੇ ਅੰਦਰ ਲੱਗਣਗੀਆਂ। ਪ੍ਰੋਬਲਮ ਹੈਗੀ ਹੈ ਕਿ ਇੰਡੀਆ ਤੋਂ ਕੈਨੇਡਾ ਦਾ ਸਫ਼ਰ ਕਿਵੇਂ ਹੋਣਾ ਹੈ ਤੇ ਵੀਜ਼ਾਸ ਕਦੋਂ ਲੱਗਣੇ ਹੈਗੇ ਆ। ਸੋ ਆਈ ਐਮ ਐਕਸਪੈਕਟਿੰਗ ਕਿ ਪੂਰੀ ਤਰ੍ਹਾਂ ਸਮੂਥ ਟ੍ਰਾਂਜੀਸ਼ਨ ਦੇਖਣ ਵਾਸਤੇ ਜਨਵਰੀ ਸੈਸ਼ਨ ਮੇਜਰ ਸੈਸ਼ਨ ਹੋਏਗਾ। ਤਾਂ ਸਪਟੈਂਬਰ ਦੀਆਂ ਹੋਪਸ ਛੱਡ ਦੇਣ ਜਿਹੜੇ ਸਟੂਡੈਂਟਸ ਜਿਹੜੇ ਟਰਾਈ ਕਰ ਰਹੇ ਸੀਗੇ, ਉਹਨਾਂ ਨੂੰ ਲੱਗਦਾ ਸੀਗਾ ਸਪਟੈਂਬਰ 'ਚ ਪਹੁੰਚ ਜਾਣਗੇ। ਕੁਛ ਇੱਕ ਇਨਡਾਇਰੈਕਟ ਮੈਂ ਟੋਕ ਰਿਹਾ ਇੱਕ ਸਵਾਲ ਨਾਲ ਹੋਰ ਲੈ ਲਓ ਮੇਰਾ। ਕੁਛ ਇੱਕ ਜਿਹੜੇ ਆ ਇਨਡਾਇਰੈਕਟ ਫਲਾਈਟਸ ਤੋਂ ਵੀ ਜਾ ਰਹੇ ਸੀਗੇ, ਕੋਈ ਵਾਇਆ ਮੈਕਸੀਕੋ ਜਾ ਰਹੇ ਸੀ ਸਟੂਡੈਂਟਸ, ਕੋਈ ਕਿੱਦਾਂ ਜਾ ਰਹੇ ਸੀ, ਉਹ ਇੱਕ ਸੇਫਰ ਵੇ ਹੈਗਾ? ਸੋ ਦੋਨੋਂ ਚੀਜ਼ਾਂ ਦੇ ਜਵਾਬ ਦੇ ਰਹੇ ਹਾਂ। ਸੋ ਇੱਕ ਪਹਿਲਾ ਸਵਾਲ ਹੈਗਾ ਕਿ ਹੋਪ ਛੱਡ ਦੇਣ, ਬਿਲਕੁਲ ਨਹੀਂ ਹੋਪ ਛੱਡਣੀ ਚਾਹੀਦੀ। ਜਿਨ੍ਹਾਂ ਦੀਆਂ ਫਾਈਲਸ ਆਲਰੇਡੀ ਲੱਗੀਆਂ ਹੋਈਆਂ ਨੇ, ਅਜੇ ਪੂਰਾ ਮਹੀਨਾ ਪਿਆ, ਲੈਟਸ ਸੀ ਕਿ ਕੀ ਹੁੰਦਾ ਇਸ ਮਹੀਨੇ ਦੇ ਵਿੱਚ। ਦੂਸਰੀ ਜਿਹੜੀ ਹੈਗੀ ਆ, ਜਿਨ੍ਹਾਂ ਨੂੰ ਤਾਂ ਵੀਜ਼ਾਸ ਮਿਲ ਰਹੇ ਨੇ ਉਹਨਾਂ ਨੂੰ ਤਾਂ ਟਰੈਵਲ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਆਉਣ ਲੱਗੀ ਹੈਗੀ। ਮੇਰਾ ਡਿਸਪਿਊਟ ਜਾਂ ਮੇਰਾ ਕੰਸਰਨ ਉਹਨਾਂ ਵਿਦਿਆਰਥੀਆਂ ਵਾਸਤੇ ਆ ਜਿਨ੍ਹਾਂ ਲਈ ਕੱਲ ਇਹ ਟਵੀਟ ਕੀਤਾ ਗਿਆ ਕਿ ਹਾਂ ਅਗਰ ਸਤੰਬਰ ਤੱਕ ਤੁਹਾਨੂੰ ਰਿਪਲਾਈਜ਼ ਨਹੀਂ ਮਿਲਦੇ ਯੂ ਕੈਨ ਸਟਾਰਟ ਕਲਾਸਿਸ ਆਨਲਾਈਨ। ਮੈਨੂੰ ਉਹਨਾਂ ਦੇ ਨਾਲ ਜ਼ਿਆਦਾ ਹਮਦਰਦੀ ਤੇ ਜ਼ਿਆਦਾ ਇਸ਼ੂ ਆ ਕਿ ਉਹਨਾਂ ਵਿਦਿਆਰਥੀਆਂ ਦਾ ਕੀ ਹੋਏਗਾ ਜਿਨ੍ਹਾਂ ਨੂੰ ਤਾਂ ਪਾਸਪੋਰਟ ਰਿਕੁਐਸਟ ਆ ਰਹੀਆਂ ਨੇ, ਵੀਜ਼ਾਸ ਮਿਲ ਰਹੇ ਨੇ। ਉਹ ਇਨਡਾਇਰੈਕਟ ਫਲਾਈਟਸ ਦੇ ਉੱਤੇ ਜਾਂ ਸੂਨ ਹੋ ਸਕਦਾ ਕਿ ਡਾਇਰੈਕਟ ਫਲਾਈਟਸ ਵੀ ਸਟਾਰਟ ਹੋ ਜਾਣ, ਪਰ ਇਨਡਾਇਰੈਕਟ ਫਲਾਈਟਸ ਦੇ ਉੱਤੇ ਆਫ ਕੋਰਸ ਕੈਨੇਡਾ ਟਰੈਵਲ ਕਰ ਸਕਦੇ ਨੇ। ਆਨਲਾਈਨ ਕਲਾਸਿਸ ਤੇ ਤੁਹਾਡੀ ਸੁਜੈਸ਼ਨ ਕੀ ਹੈ? ਕਰਨੀਆਂ ਚਾਹੀਦੀਆਂ ਸ਼ੁਰੂ, ਨਹੀਂ ਕਰਨੀਆਂ ਚਾਹੀਦੀਆਂ ਜੀ? ਸੋ ਇਟ ਆਲ ਡਿਪੈਂਡਸ ਕਿ ਤੁਹਾਡਾ ਕੁਐਸਚਨ ਵਧੀਆ ਆ। ਸੋ ਦ ਪੁਆਇੰਟ ਇਜ਼ ਕਿ ਅਗਰ ਤਾਂ ਸਟੇਜ 1 ਸਟੇਜ 2 ਅਪਰੂਵਲਸ ਮਿਲ ਰਹੀਆਂ ਨੇ ਫਿਰ ਤਾਂ ਕਰਨੀਆਂ ਚਾਹੀਦੀਆਂ। ਅਗਰ ਰੱਬ ਭਰੋਸੇ ਛੱਡਿਆ ਜਾ ਰਿਹਾ ਹੈਗਾ ਕਿ ਕੋਈ ਚੱਕਰ ਨਹੀਂ ਹੈ, ਤੁਹਾਡੀ ਫਾਈਲ ਲੱਗੀ ਹੋਈ ਆ
ਤੇ ਤੁਸੀਂ ਕਲਾਸਿਸ ਆਨਲਾਈਨ ਲਗਾ ਲਓ, ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਉਹਦਾ ਆਲਟਰਨੇਟ ਕੀ ਹੈ? ਆਲਟਰਨੇਟ ਕੀ ਹੈ ਜੀ ਫਿਰ? ਡੈਫਰ ਇਟ ਟੂ ਨੈਕਸਟ ਸਮੈਸਟਰ। ਤਾਂ ਜਨਵਰੀ ਇਨਟੇਕ ਲਈ ਜਾਣਾ ਚਾਹੀਦਾ ਫਿਰ, ਤਾਂ ਸੇਫ ਹੋਣਾ ਚਾਹੀਦਾ, ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਗਵਰਨਮੈਂਟ ਖੁਦ ਕਲੀਅਰ ਨਹੀਂ ਹੈ। ਇਸ ਕੋਈ ਸ਼ੱਕ ਨਹੀਂ ਹੈ ਕਿ ਗਵਰਨਮੈਂਟ ਜਿਹੜੀ ਇਸ ਟਾਈਮ ਦੇ ਉੱਤੇ ਬਹੁਤ ਕਨਫਿਊਜ਼ਡ ਆ, ਔਰ ਮੈਨੂੰ ਲੱਗਦਾ ਕਿ ਕਨਫਿਊਜ਼ਡ ਵੀ ਆ, ਦੂਸਰਾ ਇੱਕ ਕੰਸਰਨ ਵੀ ਆ ਕਿ ਜਿਹੜੀ ਮੈਨ ਪਾਵਰ ਸੀਗੀ ਫਾਈਲਿੰਗ ਕਰਨ ਵਾਸਤੇ, ਉਹਨੂੰ ਘਰੋਂ ਘਰੀ ਬਿਠਾ ਕੇ ਕੰਮ ਕਰਵਾਇਆ ਜਾ ਰਿਹਾ ਆ। ਔਰ ਉਹਦੇ ਕਰਕੇ ਹੀ ਮੈਨੂੰ ਲੱਗਦਾ ਹੈ ਕਿ ਇੱਕ ਦੋ ਕਾਰਨ ਹੋਏ ਆ। ਇੱਕ ਤਾਂ ਸਾਲ ਡੇਢ ਸਾਲ ਦਾ ਬੈਕਲੌਗ, ਦੂਸਰੇ ਜਿਹੜੇ ਲੋਕੀ ਨੇ ਉਹ ਘਰੋਂ ਘਰੀ ਕੰਮ ਕਰਨ ਕਰਕੇ, ਉਹ ਦੋ ਚੀਜ਼ਾਂ ਇਕੱਠੀਆਂ ਹੋਣ ਕਰਕੇ ਜਿਹੜਾ ਇਹਨਾਂ ਦਾ ਟਾਰਗੇਟ ਸੀ 6 ਅਗਸਤ ਤੱਕ, ਉਹ ਨਹੀਂ ਅਚੀਵ ਕਰ ਪਾ ਰਹੇ ਨੇ। ਔਰ ਅਦਰ ਦੈਨ ਸਟੂਡੈਂਟ ਜੇ ਗੱਲ ਕਰਾਂ PR ਦੀ ਜਾਂ ਵਿਜ਼ਿਟਰ ਦੀ ਜਾਂ ਜਿਹੜੇ ਬਾਕੀ ਵੀਜ਼ਾਸ ਨੇ, ਉਹਦੀ ਹੋਪ ਕੀ ਹੈ ਜੀ? PR ਦੀ ਥੋੜੀ, ਕਿਉਂਕਿ ਬਹੁਤ ਵੱਡੀ ਗਿਣਤੀ ਹੈ ਹੁਣ ਮੈਨੂੰ ਲੱਗਦਾ ਹੈ ਆਫਟਰ ਕੋਵਿਡ ਜਾਂ ਜਿਹੜੇ ਹਾਲਾਤ ਬਣੇ ਨੇ, ਲੋਕ ਇੱਥੋਂ ਈਗਰਲੀ ਜਾਣਾ ਚਾਹੁੰਦੇ ਆ ਬਾਹਰ। ਕੈਨੇਡਾ ਖਾਸ ਤੌਰ ਤੇ ਹੌਟ ਕੰਟਰੀ ਰਹੂਗੀ। ਸੋ ਮੱਕਰ ਸਾਹਿਬ ਦੇਖੋ, ਕੈਨੇਡਾ ਇੱਕ ਉਹ ਜਿਵੇਂ ਇਟਸ ਅ ਲੈਂਡ ਆਫ ਓਪਰਚੁਨਿਟੀਜ਼, ਵੱਡਾ ਇਤਿਹਾਸ ਇਹਦੇ ਨਾਲ ਜੁੜਿਆ ਆ। ਹੁਣ ਇੱਕ ਪਾਸੇ ਅਗਰ ਆਪਾਂ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਉੱਥੇ ਸਾਡੇ ਕਿਸਾਨ ਭਰਾ ਸੰਘਰਸ਼ ਕਰਦੇ ਪਏ ਪਿਛਲੇ ਇੰਨੇ ਮਹੀਨਿਆਂ ਤੋਂ। ਦੂਸਰੇ ਪਾਸੇ ਇੱਕ ਸਪੈਸ਼ਲ ਪ੍ਰੋਗਰਾਮ ਅਨਾਉਂਸ ਕੀਤਾ ਜਾ ਰਿਹਾ ਸਸਕੈਚੁਅਨ ਦੇ ਵਿੱਚ ਫਾਰਮਿੰਗ ਨੂੰ ਲੈ ਕੇ, ਕਿ ਤੁਸੀਂ ਅਗਰ ਫਾਰਮਰਸ ਹੋ, ਤੁਸੀਂ ਸਸਕੈਚੁਅਨ ਦੇ ਵਿੱਚ ਇਨਵੈਸਟ ਕਰੋ ਤੇ ਪਰਮਨੈਂਟ ਰੈਜ਼ੀਡੈਂਸੀ ਲਓ ਵਿਦ ਫੈਮਿਲੀ। ਇਹ ਇੱਕ ਆਪਸ਼ਨਸ ਨੇ। ਦੂਸਰੀ ਹੈਗੇ ਉਹ ਲੋਕ ਜਿਹੜੇ ਟੈਕਨੀਕਲ ਫੀਲਡਸ ਨੇ, ਪੜ੍ਹੇ ਲਿਖੇ ਨੇ, ਜਿਨ੍ਹਾਂ ਕੋਲੇ ਤਜਰਬਾ ਆ, ਉਹਨਾਂ ਲਈ ਐਕਸਪ੍ਰੈਸ ਐਂਟਰੀਜ਼, PNPs ਦੇ ਵਿੱਚ ਫੋਰਨ ਵਰਕਰ ਸਟ੍ਰੀਮ ਦਾ ਅਗਰ ਓਨਟਾਰੀਓ ਦੀ ਗੱਲ ਕਰੋ, ਓਨਟਾਰੀਓ ਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ 8000 ਬੰਦਾ ਉਹਨਾਂ ਨੇ ਸਾਲ 'ਚ ਪਿਕ ਕਰਨਾ ਸੀ, ਅਜੇ ਤੱਕ 4000 ਨਹੀਂ ਪੂਰਾ ਹੋ ਸਕਿਆ। ਸੋ ਹਰ ਸਾਲ ਨੂੰ ਰਹਿ ਗਏ 4 ਮਹੀਨੇ। ਸੋ ਅਗਲੇ 4 ਮਹੀਨੇ ਜਿਹੜੇ ਆ ਉਹ ਬਹੁਤ ਕ੍ਰੂਸ਼ੀਅਲ ਹੋਣਗੇ। ਪਿਛਲੇ ਸਾਲ ਡੇਢ ਸਾਲ ਦੇ ਵਿੱਚ ਜਿੰਨਾ ਫੋਰਨ ਵਰਕਰ ਸੀਗਾ, ਉਹਦੀ ਪਰਮਨੈਂਟ ਰੈਜ਼ੀਡੈਂਸੀ ਇੱਕ ਤਰੀਕੇ ਨਾਲ ਠੰਡੇ ਬੈਗ 'ਚ ਪਾਈ ਹੋਈ ਸੀਗੀ ਕਿ ਲਾਈਕ ਜਦੋਂ ਬਾਰਡਰ ਖੁੱਲਣਗੇ ਉਦੋਂ ਉਹਨਾਂ ਨੂੰ PRs ਜਾਂ ਐਕਸਪ੍ਰੈਸ ਐਂਟਰੀ ਦੇ ਡਰਾਜ਼ ਜਾਂ PNPs ਤੇ ਕੰਮ ਹੋਣਗੇ। ਸੋ ਕੈਨੇਡਾ ਦੇ ਵਿੱਚ ਹਰੇਕ ਪ੍ਰੋਵਿੰਸ ਦੇ ਵਿੱਚ 3-3 4-4 ਤਰ੍ਹਾਂ ਦੇ ਪ੍ਰੋਗਰਾਮਸ ਹੁੰਦੇ ਆ। ਹਰੇਕ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ। ਖਾਸ ਕਰਕੇ ਪਿਛਲੇ ਪੈਂਡੇਮਿਕ ਦੌਰਾਨ ਹੈਲਥ ਕੇਅਰ ਵਰਕਰਸ ਨੂੰ ਇੰਨਾ ਜ਼ਿਆਦਾ ਪ੍ਰਮੋਟ ਕੀਤਾ ਗਿਆ। ਸਾਡੇ ਇੱਕ ਸਟੂਡੈਂਟ ਨੇ ਨਵਰੂਪ ਕੌਰ, ਉਹਨਾਂ ਕੋਲੇ ਤਕਰੀਬਨ 12 ਤੋਂ 13 ਸਾਲ ਦਾ ਗੈਪ ਸੀ। ਸ਼ੀ ਇਜ਼ ਅ ਨਰਸ, ਹੁਣੇ ਉਹਨਾਂ ਦਾ ਵੀਜ਼ਾ ਆਇਆ ਹੈ। 12-13 ਸਾਲ ਦਾ ਗੈਪ, ਮਤਲਬ ਕਿ ਐਜ਼ ਅ ਨਰਸ ਉਹਨਾਂ ਨੇ ਕੰਮ ਕੀਤਾ ਤੇ ਸਟੱਡੀ ਪਰਮਿਟ ਤੱਕ ਇੱਕ ਨਰਸ ਨੂੰ ਆਫਰ ਕੀਤਾ ਗਿਆ 12 ਤੋਂ 13 ਸਾਲ ਦੇ ਗੈਪ ਦੇ ਨਾਲ। ਸੋ ਜਿਹੜੀ ਹੈਲਥ ਕੇਅਰ ਇੰਡਸਟਰੀ ਆ ਜਾਂ ਜਿੰਨਾ ਚੀਜ਼ਾਂ IT ਇੰਡਸਟਰੀ ਆ, ਇਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਏਗਾ ਅਗਲੇ ਸਮੇਂ ਦੇ ਵਿੱਚ। ਹੋਰ ਜਿਹੜੀ ਵੱਡੀ ਮੈਨੂੰ ਲੱਗਦਾ ਕਿ ਐਂਟਰਪ੍ਰੈਨਿਓਰ ਸਟਰੀਮ ਤੇ ਇਨਵੈਸਟਰ ਪ੍ਰੋਗਰਾਮ ਜਿਹੜੇ ਨੇ, ਉਹਨਾਂ ਉੱਤੇ ਵੀ ਕਾਫੀ ਜ਼ਿਆਦਾ ਕੰਮ ਕੀਤਾ ਜਾਊ, ਕਿਉਂਕਿ ਉਹ ਲੋਕ ਨੇ ਜਿਨ੍ਹਾਂ ਨੇ ਕੈਨੇਡੀਅਨ ਇਕਨੋਮੀ ਨੂੰ ਦੁਬਾਰਾ ਤੋਂ ਪੈਰਾਂ ਤੇ ਖੜਾ ਕਰਨਾ ਹੈ। ਕੁਝ ਸਾਡੇ ਮੀਡੀਆ ਵਾਸਤੇ ਵੀ ਖੋਲ ਦਿਓ ਕੁਝ। ਸੋ ਮੀਡੀਆ ਵਾਸਤੇ ਤਾਂ ਸਾਡੇ ਤੁਸੀਂ ਆਪ ਹੀ ਦੇਖੋ, ਇੱਥੇ ਮੀਡੀਆ ਲਈ ਤਾਂ ਬਹੁਤ ਜ਼ਿਆਦਾ ਉਹ ਹੈਗੀਆਂ ਨੇ, ਆਪਸ਼ਨਸ ਹੈਗੀਆਂ ਨੇ। ਕਾਫੀ ਮੀਡੀਆ ਅਦਾਰੇ ਆਲਰੇਡੀ ਇੱਥੇ ਕੈਨੇਡਾ ਦੇ ਵਿੱਚ ਪੰਜਾਬ ਤੋਂ ਆਏ ਵੀ ਨੇ। ਸੋ ਆਫ ਕੋਰਸ ਆਪਾਂ ਮੱਕਰ ਸਾਹਿਬ ਤੁਸੀਂ ਕੈਨੇਡਾ ਆਉਣ ਵਾਲੇ ਬਣੋ, ਵਿਲ ਗਿਵ ਯੂ ਮੋਰ ਆਪਸ਼ਨਸ। ਸੰਦੀਪ ਜੀ, ਆਖਰ ਦੇ ਵਿੱਚ ਥੋੜਾ ਮੈਂ ਚਾਹੁੰਦਾ ਕਿ ਜਿਹੜਾ ਫਾਰਮਰਸ ਵਾਲਾ ਉਹਨੂੰ ਥੋੜਾ ਐਲੈਬੋਰੇਟ ਕਰ ਦਿਓ। ਬਹੁਤ ਸਾਰੇ ਕਿਸਾਨ ਭਰਾ ਇੰਟਰਸਟਿਡ ਹੋਣਗੇ ਇਸ ਗੱਲ ਨੂੰ ਜਾਣਨ ਵਾਸਤੇ। ਸੋ ਸਸਕੈਚੁਅਨ ਇੱਕ ਪ੍ਰੋਵਿੰਸ ਹੈ ਕੈਨੇਡਾ ਦੇ ਵਿੱਚ। ਪ੍ਰੋਵਿੰਸ ਦਾ ਮਤਲਬ ਸਟੇਟ, ਜਿਵੇਂ ਆਪਣੀ ਪੰਜਾਬ ਹੁੰਦੀ ਆ। ਸੋ ਸਸਕੈਚੁਅਨ ਦੇ ਵਿੱਚ ਦੋ ਤਰ੍ਹਾਂ ਦਾ ਫਾਰਮਿੰਗ ਪ੍ਰੋਗਰਾਮ ਆ। ਇੱਕ ਹੈਗਾ 40 ਸਾਲ ਤੋਂ ਉੱਪਰ ਵਾਲੇ ਲੋਕਾਂ ਲਈ, ਇੱਕ ਹੈਗਾ 40 ਸਾਲ ਤੋਂ ਘੱਟ ਵਾਲਿਆਂ ਲਈ। ਉਸ 'ਚ ਕੀ ਮੇਜਰਲੀ ਕੀ ਰਿਕੁਆਇਰਮੈਂਟਸ ਨੇ ਕਿ ਤੁਹਾਡੇ ਕੋਲੇ ਕਿਸਾਨੀ ਤਜਰਬਾ ਚਾਹੀਦਾ ਆ, ਉਹਨੂੰ ਤੁਸੀਂ ਪ੍ਰੂਵ ਕਰਦੇ ਹੋਣੇ ਚਾਹੀਦੇ ਹੋ। ਸੈਕੰਡਲੀ ਤੁਹਾਡੇ ਕੋਲੇ ਜ਼ਮੀਨ ਜਾਇਦਾਦ ਚਾਹੀਦੀ ਹੈ। ਦੋਨਾਂ ਪ੍ਰੋਗਰਾਮਸ ਲਈ ਅਲੱਗ-ਅਲੱਗ ਨੰਬਰਸ ਨੇ, ਪਰ ਜ਼ਮੀਨ ਜਾਇਦਾਦ ਚਾਹੀਦੀ ਹੈ। ਸੋ ਜ਼ਮੀਨ ਜਾਇਦਾਦ ਨੂੰ ਅਸੀਂ ਕੋਲੈਬੋਰੇਟਿਵਲੀ ਨੈਟਵਰਥ ਕਹਿ ਦਿੰਦੇ ਹਾਂ, ਕਿ ਜੋ ਵੀ ਮੇਰੀ ਜਿੰਨੀ ਜਾਇਦਾਦ ਆ ਉਹਦੀ ਟੋਟਲ ਕੀਮਤ ਕੀ ਬਣਦੀ ਹੈਗੀ ਆ। ਸੋ ਉਸ ਕੀਮਤ ਦੇ ਆਧਾਰ ਦੇ ਉੱਤੇ ਤੁਸੀਂ ਕੈਨੇਡਾ ਦੇ ਵਿੱਚ, ਸਸਕੈਚੁਅਨ ਦੇ ਵਿੱਚ ਸਰਕਾਰ ਨੂੰ ਕਹਿੰਦੇ ਹੋ ਕਿ ਅਸੀਂ ਵੀਟ ਉਗਾਉਣੀ ਆ ਜਾਂ ਰਾਈਸ ਉਗਾਉਣੀ ਆ। ਆਈ ਮੀਨ ਸਿਰਫ ਮੈਂ ਐਗਜ਼ਾਮਪਲਸ ਦੇ ਰਿਹਾ, ਡਿਪੈਂਡਸ ਕਿ ਉਸ ਏਰੀਆ ਦੇ ਵਿੱਚ ਕੀ ਉਗਦਾ ਆ, ਕਿ ਅਸੀਂ ਇਹੋ ਜਿਹੀ ਖੇਤੀ ਕਰਨ ਦੇ ਚਾਹਵਾਨ ਆ। ਸੋ ਅਸੀਂ ਆਪਣੀ ਬਿਜ਼ਨਸ ਪ੍ਰਪੋਜ਼ਲ ਦਿੰਦੇ ਹੈਗੇ ਆ। ਸਰਕਾਰ ਸਾਨੂੰ ਕਹਿੰਦੀ ਹੈ ਕਿ ਠੀਕ ਹੈ, ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਫਾਈਲ ਕਰੋ, ਅਤੇ ਸਰਕਾਰ ਆਪਣੇ ਵੱਲੋਂ ਇੱਕ ਚਿੱਠੀ ਭੇਜਦੀ ਹੈ ਕਿ ਤੁਸੀਂ ਕੈਨੇਡਾ ਨੂੰ ਵਿਜ਼ਿਟ ਕਰੋ। ਸੋ ਤੁਸੀਂ ਕੈਨੇਡਾ ਆਉਂਦੇ ਹੋ, ਸਸਕੈਚੁਅਨ ਵਿਜ਼ਿਟ ਕਰਦੇ ਹੋ, ਤਕਰੀਬਨ 14 ਤੋਂ ਲੈ ਕੇ 1 ਮਹੀਨੇ, 14 ਦਿਨਾਂ ਤੋਂ ਲੈ ਕੇ 1 ਮਹੀਨੇ ਵਾਸਤੇ ਰਹਿੰਦੇ ਹੋ, ਤੇ ਤੁਸੀਂ ਦੇਖਦੇ ਹੋ ਕਿ ਕਿਹੋ ਜਿਹੀ ਇਨਵੈਸਟਮੈਂਟ ਤੁਹਾਨੂੰ ਸੂਟ ਕਰਦੀ ਹੈ।
ਉਸ ਪ੍ਰਪੋਜ਼ਲ ਦੇ ਵਿੱਚ ਉਸ ਤੋਂ ਬਾਅਦ ਚੋਂ ਜਦੋਂ 1 ਮਹੀਨਾ ਪੂਰਾ ਹੋ ਜਾਂਦਾ ਤੁਸੀਂ ਸਰਕਾਰ ਨਾਲ ਟੇਬਲ ਦੇ ਉੱਤੇ ਬਹਿੰਦੇ ਹੋ ਅਤੇ ਤੁਸੀਂ ਆਪਣਾ ਤਜਰਬਾ ਦੱਸਦੇ ਹੋ ਤੇ ਦੱਸਦੇ ਹੋ ਕਿ ਕਿਵੇਂ ਇਹ ਜਿਹੜੀ ਇਨਵੈਸਟਮੈਂਟ ਹੈਗੀ ਆ ਜਾਂ ਤੁਹਾਡਾ ਜਿਹੜਾ ਪਿਛਲਾ ਤਜਰਬਾ ਆ ਉਹ ਕਿਵੇਂ ਇਹਨਾਂ ਆਪਸ਼ਨਸ ਨੂੰ ਸੂਟ ਕਰਦਾ ਆ। ਅਗਰ ਉਹ ਸਾਰਾ ਸਿਨੈਰੀਓ ਸਹੀ ਚਲੇ ਜਾਂਦਾ ਆ ਤਾਂ ਕੈਨੇਡਾ ਦੀ ਸਰਕਾਰ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਆਫਰ ਕਰਦੀ ਹੈ, ਕੰਡੀਸ਼ਨਲ ਪਰਮਨੈਂਟ ਰੈਜ਼ੀਡੈਂਸੀ, ਜਿਸ ਦੇ ਵਿੱਚ ਤੁਹਾਨੂੰ PR ਉਸ ਦਿਨ ਮਿਲਦੀ ਹੈ ਜਿਸ ਦਿਨ ਤੁਸੀਂ ਉਹ ਇਨਵੈਸਟਮੈਂਟ ਕਰਕੇ ਪੋਜ਼ਿਟਿਵਲੀ ਉਸ ਬਿਜ਼ਨਸ ਨੂੰ ਰਨ ਕਰਨਾ ਸ਼ੁਰੂ ਕਰ ਦਿੰਦੇ। ਇਹ ਇਨਵੈਸਟਮੈਂਟ ਕਿੰਨੀ ਹੈ ਜੀ ਮਿਨੀਮਮ? ਸੋ $1.5 ਲੱਖ ਦੀ ਮਿਨੀਮਮ ਆ, ਡਿਪੈਂਡਿੰਗ ਅਪਨ ਏਜ ਐਂਡ ਅਦਰ ਫੈਕਟਰਸ। ਦੋਨਾਂ 'ਚ ਡਿਫਰੈਂਟ ਹੈ, 40 ਸਾਲ ਤੋਂ ਉੱਪਰ ਵਾਲੇ 'ਚ ਤੇ ਜ਼ਿਆਦਾ ਵਾਲੇ 'ਚ? ਹਾਂਜੀ, ਕਾਫੀ ਤਕਰੀਬਨ ਜੇ $1.5 ਲੱਖ ਇਹ ਨੈਟਵਰਥ ਹੋਵੇ ਬੰਦੇ ਦੀ, ਜਾਂ ਉੱਥੇ ਇਨਵੈਸਟ ਕਿੰਨਾ ਕਰਨਾ ਹੈ? ਇਹ ਇਨਵੈਸਟਮੈਂਟ ਅਮਾਉਂਟ ਹੈਗਾ ਆ। ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ, ਔਰ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਕਿਸਾਨ ਇਸ ਗੱਲ ਦੇ ਵਿੱਚ ਜ਼ਰੂਰ ਇੰਟਰਸਟ ਦਿਖਾਉਣਗੇ, ਕਿਉਂਕਿ ਬਹੁਤ ਸਾਰੇ ਕਿਸਾਨਾਂ ਦੇ ਪੁੱਤਰ ਜਿਹੜੇ ਚਾਹਵਾਨ ਨੇ, ਜਾਣਦੇ ਆ, ਜਿਨ੍ਹਾਂ ਕੋਲੇ ਹੋਰ ਕੋਈ ਰਾਹ ਨਹੀਂ ਹੈ, ਸਿੱਧੀ PR ਜੇ ਇੱਥੋਂ ਮਿਲ ਸਕਦੀ ਹੈ ਤਾਂ ਇਹ ਬਹੁਤ ਬਿਹਤਰ ਤਰੀਕਾ ਹੋ ਸਕਦਾ। ਇੱਕ ਚੀਜ਼ ਅਖੀਰ ਜ਼ਰੂਰ ਐਡ ਕਰਨਾ ਚਾਹੂੰਗਾ ਮੱਕੜ ਸਾਹਿਬ ਜੀ, ਬਰੈਂਪਟਨ ਇਮੀਗ੍ਰੇਸ਼ਨ ਜਿਹੜੀ ਆ ਉਹ ਹਰੇਕ ਹਫਤੇ ਹਰੇਕ ਸ਼ਨੀਵਾਰ ਨੂੰ ਫ੍ਰੀ ਆਫ ਕਾਸਟ ਵੈਬਿਨਾਰ ਕਰਦੀ ਹੈ, ਜਿਸ ਦੇ ਵਿੱਚ 1000 ਤੋਂ 1200 ਬੰਦਾ ਫੇਸਬੁੱਕ ਪੇਜ ਦੇ ਉੱਤੇ ਸਾਨੂੰ ਜੁਆਇਨ ਕਰਦਾ ਹੈ ਤੇ ਆਪਣੇ ਸਵਾਲ ਪੁੱਛਦਾ ਹੈ। ਇਸ ਹਫਤੇ ਜਿਹੜਾ ਆ ਉਹ ਸਾਡਾ ਟੌਪਿਕ ਸਟੱਡੀ ਪਰਮਿਟਸ ਤੇ ਆ, ਭਾਵੇਂ ਉਹ US, UK, ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਕੈਨੇਡਾ ਦਾ ਹੋਵੇ, ਪਰ ਹਰੇਕ ਹਫਤੇ ਅਲੱਗ-ਅਲੱਗ ਟੌਪਿਕਸ ਹੁੰਦੇ ਆ। ਸੋ ਫ੍ਰੀ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ਉਹਨਾਂ ਵੈਬਿਨਾਰਸ ਦਾ ਹਿੱਸਾ ਬਣ ਸਕਦੇ ਹੈਗੇ ਹੋ ਸਾਡੇ ਫੇਸਬੁੱਕ ਪੇਜ ਦੇ ਉੱਤੇ ਜੁਆਇਨ ਕਰਕੇ, ਅਤੇ ਰੈਗੂਲਰਲੀ ਨਵੀਆਂ ਅਪਡੇਟਸ, ਕੀ ਪ੍ਰੋਗਰਾਮਸ ਆ ਰਹੇ ਨੇ, ਕੀ ਰਿਕੁਆਇਰਮੈਂਟਸ ਨੇ, ਲਾਈਕ ਇੰਸਟੈਂਟ ਕਿ ਤੁਸੀਂ ਕਿਸੇ ਗੋਸਟ ਕੰਸਲਟੈਂਟ ਕੋਲੇ ਜਾਓ ਅਤੇ ਗਲਤ ਇਨਫੋਰਮੇਸ਼ਨ ਲਓ, ਇਟਸ ਬੈਟਰ ਕਿ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ, ਸਾਡੀ ਜਿਹੜੀ ਪੂਰੀ ਟੀਮ ਆ ਉਹਨਾਂ ਵਿੱਚੋਂ ਦੀ ਕੋਈ ਨਾ ਕੋਈ ਉਸ ਵੈਬਿਨਾਰ ਦਾ ਹਿੱਸਾ ਬਣਦਾ ਤੇ ਤੁਹਾਨੂੰ ਸਾਰੀ ਦੀ ਸਾਰੀ ਪ੍ਰੈਜੈਂਟੇਸ਼ਨ ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦਾ ਆ। ਸੋ ਮੇਰੀ ਸਰੋਤਿਆਂ ਨੂੰ ਬੇਨਤੀ ਹੈ ਕਿ ਹਰੇਕ ਸ਼ਨੀਵਾਰ ਨੂੰ ਸ਼ਾਮੀ 8 ਵਜੇ ਅਸੀਂ ਲਾਈਵ ਹੁੰਦੇ ਆ। ਪਲੀਜ਼ ਡੂ ਜੁਆਇਨ ਦੈਟ ਵੈਬਿਨਾਰ ਔਰ ਰੈਗੂਲਰਲੀ ਇਨਫੋਰਮੇਸ਼ਨ ਲੈਂਦੇ ਰਹੋ। ਬਹੁਤ ਧੰਨਵਾਦ, ਸ਼ੁਕਰੀਆ ਸਮਾਂ ਦੇਣ ਵਾਸਤੇ। ਥੈਂਕ ਯੂ ਸੋ ਮਚ ਜੀ।